ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਝਨ ਸੰਗ ਸਾਧੂਆ, ਧੂੜੀ ਕਰ ਇਸਨਾਨ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਸਤਿਗੁਰੂ, ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਹਜ਼ੂਰ ਦੀ ਹਜ਼ੂਰੀ ਵਿੱਚ ਨਤਮਸਤਕ ਹੋਣ ਦਾ, ਸਤ ਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਮਾਘ ਦੇ ਮਹੀਨੇ ਦੀ ਸੰਗਰਾਂਦ ਹੈ, ਜਿਸ ਨੂੰ ਖਾਲਸਾ ਪੰਥ ਦੇ ਵਿੱਚ ਮਾਘੀ ਦਾ ਦਿਹਾੜਾ ਵੀ ਕਰਕੇ ਮਨਾਇਆ ਜਾਂਦਾ ਹੈ। ਬੜਾ ਭਾਰੀ ਪ੍ਰਸਿੱਧ ਹੈ ਮਾਘੀ ਦਾ ਪੁਰਬ, ਮਾਘੀ ਦਾ ਦਿਹਾੜਾ। ਔਰ ਅੱਜ ਦੇ ਦਿਨ ਦੇ ਤਿੰਨ ਇਤਿਹਾਸ ਹਨ ਕਿ ਮਕਰ ਸੰਕ੍ਰਾਂਤੀ ਕਿਵੇਂ ਪ੍ਰਾਰੰਭ ਹੋਈ, ਜਿਸ ਨੂੰ ਮਾਘ ਦੇ ਮਹੀਨੇ ਦੀ ਸੰਗਰਾਂਦ ਕਿਹਾ ਜਾਂਦਾ ਹੈ। ਦੂਸਰਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅੱਜ ਦੇ ਦਿਨ ਨੀਂਹ ਰੱਖੀ ਗਈ। ਤੀਸਰਾ, ਸ੍ਰੀ ਮੁਕਤਸਰ ਸਾਹਿਬ ਜੀ ਦੇ 40 ਮੁਕਤੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਪਾਵਨ ਪਵਿੱਤਰ ਦਿਹਾੜੇ ਹਨ। ਸਾਧ ਸੰਗਤ ਜੀ, ਸਮਾਂ ਬਹੁਤ ਸੰਖੇਪ ਦੇ ਵਿੱਚ ਹੈ ਤੇ ਦਾਸ ਨੇ ਵਿਸਥਾਰ ਵਿੱਚ ਨਹੀਂ ਜਾਣਾ। ਥੋੜਾ ਸਮਾਂ ਹੀ ਆਪ ਜੀ ਦੇ ਦਰਸ਼ਨ ਕਰਨੇ ਹਨ। ਸਾਧ ਸੰਗਤ ਜੀ, ਇਹ ਜਿਹੜੀ ਮਾਘ ਦੇ ਮਹੀਨੇ ਦੀ ਸੰਗਰਾਂਦ ਦਾ ਵਿਸ਼ੇਸ਼ ਪੁਰਬ ਸਾਰੀ ਦੁਨੀਆ ਵਿੱਚ ਔਰ ਭਾਰਤ ਵਰਸ਼ ਦੇ ਅੰਦਰ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਵਾਲੇ ਵੀਰ ਇਸ ਨੂੰ ਮਕਰ ਸੰਕ੍ਰਾਂਤੀ ਕਰਕੇ ਮਨਾਉਂਦੇ ਹਨ ਔਰ ਇਸ ਦਿਨ ਤੇ ਵਿਸ਼ੇਸ਼ ਤੌਰ ਤੇ ਸਾਰੇ ਮਹਾਰਾਸ਼ਟਰ ਦੇ ਵਿੱਚ ਛੁੱਟੀ ਵੀ ਕੀਤੀ ਜਾਂਦੀ ਹੈ। ਪੰਜਾਬ ਦੇ ਵਿੱਚ ਦੋ ਛੁੱਟੀਆਂ, ਇੱਕ ਲੋਹੜੀ ਦੀ ਔਰ ਦੂਸਰੀ ਮਾਘੀ ਦੀ। ਅੱਜ ਦੇ ਦਿਨ ਦੀ ਛੁੱਟੀ ਵੀ ਸਰਕਾਰੀ ਤੌਰ ਤੇ ਕੀਤੀ ਜਾਂਦੀ ਹੈ। ਮਕਰ ਸੰਕ੍ਰਾਂਤੀ ਇਸ ਦਾ ਨਾਮ ਤਾਂ ਪਿਆ ਹੈ ਕਿ ਅੱਜ ਦੇ ਦਿਨ ਸੂਰਜ ਮਕਰ ਰਾਸ਼ੀ ਦੇ ਵਿੱਚ ਪ੍ਰਵੇਸ਼ ਹੁੰਦਾ ਹੈ। 12 ਮਹੀਨੇ 12 ਰਾਸ਼ੀਆਂ ਹਨ ਔਰ ਸੂਰਜ ਇੱਕ ਰਾਸ ਨੂੰ ਸਮਾਪਤ ਕਰਕੇ ਜਦੋਂ ਅਗਲੀ ਵਿੱਚ ਪ੍ਰਵੇਸ਼ ਹੁੰਦਾ ਹੈ, ਉਸ ਦਾ ਨਾਮ ਸੰਕਰਾਂਤ ਹੈ। ਸ਼ੈਦ ਕ੍ਰਾਂਤੀ ਦੇ ਸੂਰਜ ਨੇ ਆਪਣੇ ਤੇਜ ਵਿੱਚ ਅਗਲੀ ਰਾਸ਼ੀ ਵਿੱਚ ਪਹਿਲਾ ਕਦਮ ਰੱਖਣਾ ਔਰ ਇਹ ਸੰਕਰਾਂਤ ਸ਼ਬਦ ਜਿਹੜਾ ਸੀ ਵਿਗੜਦਾ ਵਿਗੜਦਾ ਸੰਗਰਾਂਦ ਸ਼ਬਦ ਨਾਲ ਸੰਬੋਧਨ ਹੋਣ ਲੱਗ ਪਿਆ। ਔਰ ਇਸ ਦਿਨ ਨੂੰ ਸ਼ੁਭ ਅਤੇ ਪਵਿੱਤਰ ਦਿਹਾੜਾ ਜਾਣ ਕੇ ਲੋਕ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਸਨ। ਪੁਰਾਣੇ ਬਜ਼ੁਰਗਾਂ ਨੂੰ ਪਤਾ, ਇਸ ਸੰਗਰਾਂਦ ਵਾਲੇ ਦਿਨ ਲੋਕ ਹਲ ਨਹੀਂ ਵਾਹਿਆ ਕਰਦੇ ਸਨ ਖੇਤਾਂ ਵਿੱਚ ਔਰ ਅੱਜ ਦਾ ਦਿਨ ਛੁੱਟੀ ਇਸ ਲਈ ਰੱਖਦੇ ਸਨ ਕਿ ਗੁਰੂ ਘਰ ਵਿੱਚ ਜਾਣਾ। ਸਾਰੇ ਨਗਰ ਨੇ, ਸਾਰੇ ਸ਼ਹਿਰਾਂ ਦੇ ਨਿਵਾਸੀ ਵੀਰਾਂ ਮਾਈਆਂ ਭਾਈਆਂ ਨੇ ਕੜਾਹ ਪ੍ਰਸ਼ਾਦੀ ਦੇ ਗੁਰੂ ਘਰ ਕਰਨੀ, ਦੀਵਾਨ ਸਜਾਉਣਾ, ਕਥਾ ਕੀਰਤਨ ਹੋਣਾ। ਸਾਰਿਆਂ ਨੇ ਸਤਸੰਗਤ ਦੇ ਵਿੱਚ ਜਾ ਕੇ ਬੈਠਣਾ ਕਿ ਘੱਟ ਤੋਂ ਘੱਟ ਇੱਕ ਮਹੀਨੇ ਵਿੱਚ ਇੱਕ ਦਿਹਾੜਾ ਜ਼ਰੂਰ ਵਿਸ਼ੇਸ਼ ਤੌਰ ਤੇ ਗੁਰੂ ਘਰ ਦੇ ਵਿੱਚ ਦੀਵਾਨ ਦੇ ਰੂਪ ਵਿੱਚ ਮਨਾਇਆ ਜਾਏ। ਔਰ ਸੰਗਰਾਂਦਾਂ ਮਨਾਉਣੀਆਂ ਅਸੀਂ ਨਹੀਂ ਆਰੰਭ ਕੀਤੀਆਂ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪ੍ਰਚਲਿਤ ਹੋਈ ਪਰੰਪਰਾ ਹੈ। ਤੁਖਾਰੀ ਰਾਗ ਦੇ 12 ਮਾਹਾਂ ਵਿੱਚ ਸਤਿਗੁਰੂ ਜੀ ਨੇ 12 ਮਹੀਨਿਆਂ ਦਾ ਉਪਦੇਸ਼ ਦਿੱਤਾ ਹੈ।
ਜਿਸ ਨੂੰ ਤੁਖਾਰੀ ਰਾਗ ਦਾ 12 ਮਾਹ ਕਿਹਾ ਜਾਂਦਾ ਹੈ। ਔਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਚੇਤਰ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਗੁਰੂ का ਸਥਾਨ ਮੰਜੀ ਸਾਹਿਬ ਦੀਵਾਨ ਹਾਲ ਹੈ, ਇਹ ਸਾਰਾ ਏਰੀਆ ਗੁਰੂ ਕੇ ਬਾਗ ਵਜੋਂ ਪ੍ਰਸਿੱਧ ਸੀ। ਮੰਜੀ ਸਾਹਿਬ ਦੀਵਾਨ ਹਾਲ ਔਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਹਾਲ ਦੇ ਵਿਚਕਾਰ ਜਿਹੜੀ ਜਗ੍ਹਾ ਹੈ, ਉਸ ਨੂੰ ਗੁਰੂ ਕੇ ਬਾਗ ਵਜੋਂ ਇਸ ਵਕਤ ਸੁਰੱਖਿਅਤ ਰੱਖ ਕੇ ਸੋਹਣਾ ਬਗੀਚਾ ਉਹ ਬਣਾ ਦਿੱਤਾ ਗਿਆ। ਪਹਿਲਾਂ ਇਹ ਸਾਰਾ ਦੂਰ ਦੂਰ ਤੱਕ ਬੜਾ ਸੁੰਦਰ ਬਾਗ ਹੋਇਆ ਕਰਦਾ ਸੀ, ਜਿਸ ਵਿੱਚ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਸੰਗੇ ਮਰਮਰ ਦੀ ਸੁੰਦਰ ਬਣੀ ਹੋਈ ਮੰਜੀ ਸਾਹਿਬ ਉੱਤੇ ਸੁਭਾਈਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ। ਔਰ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ 12 ਮਹੀਨਿਆਂ ਦਾ ਕੋਈ ਸੁਖੈਨ ਉਪਦੇਸ਼ ਉਚਾਰਨ ਕਰੋ, ਕਿਉਂਕਿ ਤੁਖਾਰੀ ਰਾਗ ਦਾ 12 ਮਾਹ ਜਿਹੜਾ ਉਹਦੇ ਅਲੰਕਾਰ, ਉਹਦੇ ਭਾਵ, ਉਹਦੇ ਅਰਥ, ਉਹਦਾ ਗਿਆਨ ਬੜਾ ਗੂੜ੍ਹ ਹੈ, ਹਰ ਇੱਕ ਦੇ ਸਮਝ ਨਹੀਂ ਆਉਂਦਾ। ਸੁਖੈਨ ਬਾਣੀ ਦੇ ਵਿੱਚ 12 ਮਾਹ ਉਚਾਰਨ ਕਰੋ ਤਾਂ ਸਤਿਗੁਰੂ ਜੀ ਨੇ ਫਿਰ ਇਹ ਮਾਝ ਰਾਗ ਦੇ ਵਿੱਚ 12 ਮਾਹ ਬਾਣੀ ਉਚਾਰਨ ਕੀਤੀ ਔਰ ਆਗਿਆ ਕੀਤੀ ਹਰ ਸੰਗਰਾਂਦ ਵਾਲੇ ਦਿਨ ਸੰਗਤਾਂ ਗੁਰੂ ਘਰ ਵਿੱਚ ਆ ਕੇ ਕੜਾਹ ਪ੍ਰਸ਼ਾਦੀ ਦੇ ਕਰਾਉਣ, ਕੀਰਤਨ ਕਥਾ ਹੋਵੇ ਔਰ ਸੰਗਤਾਂ ਹਾਜ਼ਰੀਆਂ ਭਰ ਕੇ ਦੀਵਾਨ ਵਿੱਚ ਜੁੜ ਕੇ ਆਪਣਾ ਸਮਾਂ ਸਫਲਾ ਕਰਨ। ਇਹ ਮਰਜ਼ਾਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੱਕੇ ਰੂਪ ਵਿੱਚ ਸਥਾਪਿਤ ਕੀਤੀ ਔਰ ਸੰਗਰਾਂਦਾਂ, ਮੱਸਿਆ ਅਤੇ ਪੁੰਨਿਆ ਇਹ 3 ਦਿਹਾੜੇ ਗੁਰੂ ਘਰ ਦੇ ਵਿੱਚ ਪਰੰਪਰਾ ਦੇ ਤੌਰ ਤੇ ਅੱਜ ਵੀ ਮਨਾਏ ਜਾਂਦੇ ਆ ਔਰ ਇਹਨਾਂ ਦੇ ਨਾਲ ਬਹੁਤ ਵੱਡਾ ਇਤਿਹਾਸ ਜੁੜਿਆ ਹੋਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਦਿਹਾੜੇ ਮਨਾਉਣ ਦੀ ਵਿਸ਼ੇਸ਼ ਰੂਪ ਵਿੱਚ ਆਗਿਆ ਕੀਤੀ ਹੋਈ ਹੈ। ਸਤ ਸੰਗਤ ਜੀ, ਹੁਣ ਆਪਾਂ ਮਕਰ ਸੰਕ੍ਰਾਂਤੀ ਦਾ ਵਿਚਾਰ ਕਰੀਏ ਵੀ ਮਕਰ ਰਾਸ਼ੀ ਵਿੱਚ ਸੂਰਜ ਪ੍ਰਵੇਸ਼ ਹੋ ਗਿਆ। ਇਸ ਦਿਨ ਨੂੰ ਕਿਉਂ ਦੁਨੀਆ ਜ਼ਿਆਦਾ ਮਨਾਉਂਦੀ ਹੈ, ਉਹਦਾ ਇੱਕ ਕਾਰਨ ਸੀ ਕਿ ਹਿੰਦੁਸਤਾਨ ਦੇ ਅੰਦਰ ਇੱਕ ਭਾਰਦਵਾਜ ਮੁਨੀ ਹੋਇਆ, ਬੜਾ ਵੱਡਾ ਮਹਾਤਮਾ ਸੀ, ਬੜਾ ਤਪੀਸ਼ਵਰ, ਭਗਤੀ ਬੰਦਗੀ ਕਰਨ ਵਾਲਾ। ਉਸ ਨੇ ਮਾਘ ਦੇ ਮਹੀਨੇ ਦੀ ਸੰਗਰਾਂਦ ਦੇ ਦਿਨ ਤੇ ਜਿੰਨੇ ਭਾਰਤ ਵਰਸ਼ ਦੇ ਸਾਧੂ ਸਨ, ਵੱਡੇ ਵੱਡੇ ਤਪਸਵੀ ਮਹਾਤਮਾ, ਸਾਰਿਆਂ ਨੂੰ ਇਲਾਹਾਬਾਦ ਦੀ ਧਰਤੀ ਤੇ, ਜਿਸ ਦਾ ਨਾਮ ਤ੍ਰਿਵੇਣੀ ਹੈ, ਜਿਸ ਨੂੰ ਪ੍ਰਾਗਰਾਜ ਤੀਰਥ ਕਿਹਾ ਜਾਂਦਾ ਹੈ, ਉੱਥੇ ਸਾਰਿਆਂ ਨੂੰ ਬੁਲਾ ਕੇ ਸਾਰਿਆਂ ਨਾਲ ਇਕੱਤਰਤਾ ਕਰਕੇ ਇੱਕ ਉਸ ਮਹਾਤਮਾ ਨੇ ਸਾਰੇ ਸੰਤਾਂ ਅੱਗੇ, ਤਪਸਵੀਆਂ ਅੱਗੇ, ਸਾਧੂਆਂ ਅੱਗੇ ਇੱਕ ਆਪਣਾ ਪ੍ਰਸਤਾਵ ਰੱਖਿਆ। ਕਹਿਣ ਲੱਗਾ ਵੀ ਆਪਾਂ ਨੂੰ ਸਾਰਾ ਸਾਲ ਜਿਹੜੇ ਗ੍ਰਸਤੀ ਲੋਕ ਹੈ ਪੇਟ ਵਿੱਚ ਪਾਉਣ ਵਾਸਤੇ ਸਾਨੂੰ ਭੋਜਨ ਦਿੰਦੇ ਆ, ਪਹਿਨਣ ਵਾਸਤੇ ਸੁੰਦਰ ਕੱਪੜੇ ਦਿੰਦੇ ਆ ਔਰ ਵਰਤਣ ਵਾਸਤੇ ਸਾਨੂੰ ਮਾਇਆ ਦਿੰਦੇ ਆ। ਸਾਧੂਆਂ ਦੀ ਸੇਵਾ ਗ੍ਰਸਤੀ ਲੋਕ ਬਹੁਤ ਭਾਰੀ ਸੇਵਾ ਕਰਦੇ ਆ, ਪਰ ਆਪਾਂ ਇਹਨਾਂ ਲੋਕਾਂ ਲਈ ਕਦੇ ਵੀ ਇਹਨਾਂ ਦਾ ਜੀਵਨ ਕਿਵੇਂ ਸਫਲਾ ਹੋਵੇ, ਇਹਨਾਂ ਦਾ ਭਲਾ ਕਿਵੇਂ ਹੋਵੇ, ਇਸ ਉੱਤੇ ਆਪਾਂ ਕਦੇ ਵਿਚਾਰ ਨਹੀਂ ਕੀਤੀ। ਆਪਣਾ ਫਰਜ਼ ਬਣਦਾ ਕਿ ਆਪਾਂ ਸਾਰਾ ਸਾਲ ਇਹਨਾਂ ਦਾ ਭੋਜਨ, ਇਹਨਾਂ ਦੇ ਦਿਸਤੇ ਵਸਤਰ, ਇਹਨਾਂ ਦੀ ਦਿੱਤੀ ਮਾਇਆ ਨਾਲ ਗੁਜ਼ਾਰਾ ਕਰਦੇ ਹਾਂ, ਤਾਂ ਇਹਨਾਂ ਦਾ ਵੀ ਕੋਈ ਭਲਾ ਸਾਨੂੰ ਕਰਨਾ ਚਾਹੀਦਾ। ਸਾਧ ਸੰਗਤ ਜੀ, ਪੁਰਾਣੇ ਸਾਧੂ ਜਿਸ ਵੀ ਘਰ ਦਾ ਭੋਜਨ ਛਕਦੇ ਸਨ ਜਾਂ ਵਸਤਰ ਮਾਇਆ ਜਿਸ ਘਰ ਵਿੱਚੋਂ ਲੈਂਦੇ ਸਨ, ਉਹਨਾਂ ਲਈ ਵਿਸ਼ੇਸ਼ ਭਜਨ ਪਾਠ, ਅਰਦਾਸ, ਬੇਨਤੀ ਕਰਦੇ ਸਨ। ਦਮਦਮੀ ਟਕਸਾਲ ਦੇ ਵਿੱਚ ਵੀ ਇਹ ਨਿਯਮ ਮਹਾਂਪੁਰਖਾਂ ਦੇ ਸਮੇਂ ਤੋਂ ਪ੍ਰਚਲਿਤ ਹੈ ਕਿ ਜਦੋਂ ਜਥਾ ਪਿੰਡਾਂ ਵਿੱਚ ਵਿਚਰਦਾ, ਜਿਸ ਘਰ ਦਾ ਸਵੇਰ ਦਾ ਜਲ ਪਾਣੀ ਹੁੰਦਾ, ਇੱਕ ਜਪਜੀ ਸਾਹਿਬ ਦਾ ਪਾਠ, ਹਰ ਸਿੰਘ ਉਸ ਪਰਿਵਾਰ ਦੀ ਸੁਖ ਸ਼ਾਂਤੀ ਲਈ ਕਰਕੇ ਅਰਦਾਸ ਕਰਦਾ ਹੁੰਦਾ ਸੀ। ਫਿਰ ਜਿਨ੍ਹਾਂ ਦੇ ਘਰ ਵਿੱਚ ਦੁਪਹਿਰ ਦਾ ਪ੍ਰਸ਼ਾਦਾ ਜਾਂ ਸ਼ਾਮ ਦਾ ਪ੍ਰਸ਼ਾਦਾ ਹੁੰਦਾ ਸੀ, ਉਹਨਾਂ ਲਈ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਹੁੰਦੀ ਸੀ। ਮੈਨੂੰ ਵੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਵੇਲੇ ਜਥੇ ਵਿੱਚ
ਇਹ ਨਿਯਮ ਸੀ ਵੀ ਜਿਨ੍ਹਾਂ ਦੇ ਘਰ ਦਾ ਲੰਗਰ ਪਾਣੀ ਛਕਣਾ ਉਹਨਾਂ ਦੇ ਲਈ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਜ਼ਰੂਰ ਕਰਨੀ ਹੈ। ਜੇ ਤੁਸੀਂ ਨਹੀਂ ਕਰਦੇ ਤਾਂ ਤੁਹਾਡੇ ਨਿਤਨੇਮ ਦਾ ਹਿੱਸਾ ਸਾਰਾ ਉਸ ਪਰਿਵਾਰ ਕੋਲੇ ਚਲਿਆ ਜਾਂਦਾ, ਉਹਨਾਂ ਨੂੰ ਪਰਮੇਸ਼ਰ ਜ਼ਰੂਰ ਫਲ ਦਿੰਦਾ ਤੇ ਤੁਹਾਡੇ ਪੱਲੇ ਫਿਰ ਕੁਝ ਵੀ ਨਹੀਂ ਬਚਦਾ। ਇਸ ਕਰਕੇ ਨਿਯਮ ਦੀ ਪਾਲਣਾ ਕਰਨੀ ਹੁੰਦੀ ਸੀ ਤੇ ਅੱਜ ਵੀ ਸਿੰਘ ਸਾਰੇ ਬੜੇ ਪ੍ਰੇਮ ਨਾਲ, ਸਿਆਣੇ ਸਿੰਘ ਕਰਦੇ ਆ ਇਸ ਨਿਯਮ ਨੂੰ। ਸੋ ਭਾਰਦਵਾਜ ਮੁਨੀ ਕਹਿੰਦਾ ਆਪਾਂ ਖਾਈ ਵੀ ਜਾਂਦੇ ਆ, ਗ੍ਰਸਤੀਆਂ ਦਾ ਪੀ ਵੀ ਜਾਂਦੇ ਆ, ਵਸਤਰ ਵੀ ਪਹਿਨਦੇ ਆ, ਮਾਇਆ ਵੀ ਵਰਤਦੇ ਆ, ਪਰ ਗ੍ਰਸਤੀਆਂ ਦਾ ਭਲਾ ਕਿਉਂ ਨਹੀਂ ਕਰਦੇ? ਉਹਨਾਂ ਲਈ ਜਪ ਤਪ ਕਿਉਂ ਨਹੀਂ ਕਰਦੇ? ਜਪ ਤਪ ਤਪੱਸਿਆ ਪੁੰਨ ਦਾਨ ਆਪਾਂ ਆਪਣੇ ਲਈ ਕਰਦੇ ਆ, ਇਹਨਾਂ ਲਈ ਕੁਝ ਨਹੀਂ ਕਰਦੇ। ਸਾਰਿਆਂ ਨੇ ਇਸ ਗੱਲ ਦੇ ਸੁਝਾਅ ਦੀ ਹਾਂ ਵੀ ਭਰੀ, ਕਹਿਣ ਲੱਗੇ ਹਾਂ ਮਹਾਤਮਾ ਜੀ ਤੁਹਾਡਾ ਪ੍ਰਸਤਾਵ ਤਾਂ ਬਿਲਕੁਲ ਸਹੀ ਹੈ, ਪਰ ਇਹਦਾ ਹੱਲ ਦੱਸੋ ਕੀ ਕਰੀਏ? ਕਹਿੰਦੇ ਵੀ ਮਾਘ ਦਾ ਮਹੀਨਾ ਸਾਰੇ ਸਾਧੂ ਜਿੰਨਾ ਕੋਈ ਭਜਨ ਕਰੇ, ਜਪ ਕਰੇ, ਤਪ ਕਰੇ, ਦਾਨ ਕਰੇ, ਪੁੰਨ ਕਰੇ, ਉਹਦਾ ਫਲ ਸਾਰਾ ਗ੍ਰਸਤੀ ਲੋਕਾਂ ਨੂੰ ਅਰਦਾਸ ਕਰਕੇ, ਪ੍ਰਾਰਥਨਾ ਕਰਕੇ ਪ੍ਰਭੂ ਦੇ ਚਰਨਾਂ ਵਿੱਚ ਇਹਨਾਂ ਨੂੰ ਅਰਪਿਤ ਕਰੇ ਕਿ ਮਹਾਰਾਜ ਮੈਂ ਇਸ ਮਹੀਨੇ ਦਾ ਜਿੰਨਾ ਮੇਰਾ ਜਪ ਤਪ ਪਾਠ ਪੂਜਾ ਦਾਨ ਪੁੰਨ ਸ਼ੁਭ ਕਰਮ ਹੋਏਗਾ, ਉਸ ਦਾ ਫਲ ਸਾਰੇ ਗ੍ਰਸਤੀ ਲੋਕਾਂ ਨੂੰ ਮਿਲੇ ਜਿਹੜੇ ਸਾਡੀ ਸੇਵਾ ਕਰਦੇ ਹਨ। ਫਿਰ ਉਹਨਾਂ ਨੇ ਪੁੱਛਿਆ ਜੀ ਕਿਹੜਾ ਮਹੀਨਾ ਸਭ ਤੋਂ ਚੰਗਾ, ਕਦੋਂ ਇਹ ਆਪਾਂ ਇੱਕ ਮਹੀਨਾ ਨਿਯਤ ਕਰੀਏ? ਤਾਂ ਉਹਨਾਂ ਨੇ ਫਿਰ ਕਿਹਾ ਸੀ ਵੀ ਮਾਘ ਦੇ ਮਹੀਨੇ ਦੀ ਸੰਗਰਾਂਦ ਤੋਂ ਲੈ ਕੇ ਸਾਰਾ ਮਾਘ ਦਾ ਮਹੀਨਾ ਇਲਾਹਾਬਾਦ ਤੀਰਥ ਤੇ ਸਾਰੇ ਸਾਧੂ ਆਇਆ ਕਰੋ, ਜਿੰਨੇ ਵੀ ਹਿੰਦੁਸਤਾਨ ਵਿੱਚ ਬੈਠੇ ਹੈ। ਆਪੋ ਆਪਣੇ ਮਠਾਂ ਵਿੱਚੋਂ, ਅਸਥਾਨਾਂ ਵਿੱਚੋਂ, ਡੇਰਿਆਂ ਵਿੱਚੋਂ ਆ ਕੇ ਇੱਥੇ ਪਾਠ ਪੂਜਾ ਜਪ ਤਪ ਕਰਿਆ ਕਰੋ ਔਰ ਦੀਵਾਨ ਲਾਇਆ ਕਰੋ, ਕੀਰਤਨ ਕਥਾ ਦੇ ਸਮਾਗਮ ਕਰਿਆ ਕਰੋ। ਔਰ ਸਾਰੇ ਹਿੰਦੁਸਤਾਨ ਦੇ ਗ੍ਰਸਤੀ ਲੋਕਾਂ ਲਈ ਇਹ ਐਲਾਨ ਕੀਤਾ ਕਿ ਮਾਘ ਦੇ ਮਹੀਨੇ ਤੋਂ ਲੈ ਕੇ, ਆਰੰਭਤਾ ਤੋਂ ਲੈ ਕੇ, ਅੱਜ ਤੋਂ ਲੈ ਕੇ ਪੂਰਾ ਮਾਘ ਦਾ ਮਹੀਨਾ ਜਿੰਨੇ ਵੀ ਗ੍ਰਸਤੀ ਲੋਕ ਹੈ ਉਹ ਇਲਾਹਾਬਾਦ ਪ੍ਰਾਗਰਾਜ ਤੀਰਥ ਤ੍ਰਿਵੇਣੀ ਦੇ ਸੰਗਮ ਉੱਤੇ ਆ ਕੇ ਇਸ਼ਨਾਨ ਕਰਨ ਔਰ ਇੱਥੇ ਆ ਕੇ ਕਥਾ ਕੀਰਤਨ ਸੁਣ ਤੇ ਉਹਨਾਂ ਦਾ ਜੀਵਨ, ਉਹਨਾਂ ਦੀ ਕਮਾਈ ਸਫਲੀ ਹੋਏਗੀ, ਉਹਨਾਂ ਦਾ ਭਲਾ ਹੋਏਗਾ, ਉਹਨਾਂ ਦੀ ਪਰਮੇਸ਼ਰ ਰੱਖਿਆ ਕਰੇਗਾ, ਉਹਨਾਂ ਦੇ ਘਰਾਂ ਵਿੱਚ ਖੁਸ਼ਹਾਲੀ ਸੁੱਖ ਸ਼ਾਂਤੀ ਆਇਆ ਕਰੇਗੀ ਔਰ ਉਹਨਾਂ ਦਾ ਜੀਵਨ ਸਫਲਾ ਹੋਇਆ ਕਰੇਗਾ। ਇਹ ਉਦੋਂ ਤੋਂ ਇਹ ਪਰੰਪਰਾ ਚੱਲੀ ਹੈ ਕਿ ਮਾਘੀ ਤੋਂ ਲੈ ਕੇ ਸਾਰਾ ਮਹੀਨਾ ਇਲਾਹਾਬਾਦ ਪ੍ਰਾਗਰਾਜ ਤੀਰਥ ਤੇ ਲੋਕ ਜਾਂਦੇ ਆ, ਇਸ਼ਨਾਨ ਕਰਦੇ ਆ, ਵੱਖ-ਵੱਖ ਤੀਰਥਾਂ ਤੇ ਵੀ ਜਾਂਦੇ ਆ। ਤਾਂ ਕਰਕੇ ਮਕਰ ਸੰਕ੍ਰਾਂਤੀ ਨੂੰ ਸਭ ਤੋਂ ਪਵਿੱਤਰ ਤੇ ਸ਼ੁਭ ਦਿਨ ਕਰਕੇ ਇਸ ਦੀ ਵਿਸ਼ੇਸ਼ ਤੌਰ ਤੇ ਮਾਨਤਾ ਕੀਤੀ ਜਾਂਦੀ ਹੈ। ਗੁਰੂ ਘਰ ਦੇ ਵਿੱਚ ਸਾਧ ਸੰਗਤ ਦੀ ਮਾਘ ਦੀ ਸੰਗਰਾਂਦ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ, ਕਿਉਂਕਿ ਅੱਜ ਦੇ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਮਾਘ ਦੀ ਸੰਗਰਾਂਦ ਨੂੰ ਅੱਜ ਦੇ ਦਿਹਾੜੇ ਤੇ 1645 ਵਿਕਰਮੀ ਸੰਮਤ ਨੂੰ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਾ ਕੇ ਔਰ ਆਪ ਜੀ ਨੇ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਸੀ। ਜਿੰਨੇ ਵੀ ਗੁਰ ਇਤਿਹਾਸ ਹਨ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੈ, ਮਹਾਨ ਕੋਸ਼ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇਤਿਹਾਸ ਹੈ, ਸਾਰਿਆਂ ਵਿੱਚ ਅੱਜ ਦੇ ਦਿਨ ਜਿਹੜੀ ਨੀਂਹ ਰੱਖੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ, ਉਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਹਸਤ ਕਮਲਾਂ ਦੁਆਰਾ, ਪਵਿੱਤਰ ਹਸਤ ਕਮਲਾਂ ਦੁਆਰਾ ਨੀਂਹ ਰੱਖੀ ਹੈ। ਅਬ ਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੈ ਸਵਾਈ। ਸਿਰਫ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਸਾਈਂ ਮੀਆਂ ਮੀਰ ਕੋਲੋਂ ਨੀਂਹ ਰਖਾਈ ਹੈ, ਹੋਰ ਕਿਸੇ ਇਤਿਹਾਸ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ। ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ ਜ਼ਰੂਰ ਹੈ ਸਨਮਾਨ ਔਰ ਸਤਿਕਾਰ ਵਜੋਂ, ਉਹ ਗੁਰੂ ਘਰ ਦੇ ਸੇਵਕ ਸਨ, ਪਰ ਸਾਧ ਸੰਗਤ ਜੀ ਨੀਂਹ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਹਸਤ ਕਮਲਾਂ ਦੁਆਰਾ ਆਪ ਰੱਖਣਾ ਕੀਤੀ ਹੈ। ਇਸ ਕਰਕੇ ਅੱਜ ਦਾ ਸ਼ੁਭ ਦਿਹਾੜਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਦਾ ਵੀ ਪਵਿੱਤਰ ਪੁਰਬ ਹੈ। ਔਰ ਤੀਸਰਾ ਸਾਧ ਸੰਗਤ ਜੀ, ਅੱਜ ਦੇ ਦਿਨ ਮਾਘੀ ਦਾ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਬਹੁਤ ਵੱਡੀ ਗਿਣਤੀ ਦੇ ਵਿੱਚ ਭਰਦਾ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਦੇ ਯੁੱਧ ਵਿੱਚ ਵੱਡੇ ਸਾਹਿਬਜ਼ਾਦੇ ਪੰਜਾਂ ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦੀ ਪ੍ਰਾਪਤ ਕਰ ਗਏ, ਹਜ਼ੂਰ ਫਿਰ ਚਲਦੇ ਚਲਦੇ ਮਾਲਵੇ ਦੀ ਧਰਤੀ ਨੂੰ ਤਾਰਦੇ ਹੋਏ ਦੀਨੇ ਕਾਂਗੜ ਪਹੁੰਚਿਆ। ਕੁਝ ਸਮਾਂ ਇੱਥੇ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ। ਫਿਰ ਸਤਿਗੁਰੂ ਮਹਾਰਾਜ ਜੀ ਮੁਕਤਸਰ ਸਾਹਿਬ ਵਾਲੇ ਇਲਾਕੇ ਨੂੰ ਆਏ। ਇੱਥੇ ਵਜੀਦੇ ਦੀਆਂ, ਲਾਹੌਰ ਦੇ ਸੂਬੇ ਦੀਆਂ ਫੌਜਾਂ ਸਤਿਗੁਰੂ ਜੀ ਤੇ ਹਮਲਾ ਕਰਨ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਮਗਰ ਪੈ ਗਈਆਂ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਮੇਆਣੇ ਪਿੰਡ ਦੀ ਜੂਹ ਵਿੱਚ ਪਹੁੰਚਿਆ, ਉਦੋਂ ਇੱਥੇ ਬੜਾ ਭਾਰੀ ਜੰਗਲ ਸੀ। ਪਿੰਡ ਵੀ ਰਾਮੇਆਣਾ ਵਸਿਆ ਹੋਇਆ ਸੀ। ਤਾਂ ਇੱਥੇ ਲਾਹੌਰ ਦੇ ਇਲਾਕੇ ਦੀਆਂ ਕੁਝ ਪੰਚਾਇਤਾਂ, ਪਿੰਡਾਂ ਦੇ ਸਰਪੰਚ, ਪੰਚ, ਮੁਖੀ, ਚੌਧਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲਣ ਆਏ। ਸਤਿਗੁਰੂ ਜੀ ਬੜੇ ਤੇਜ਼ ਕਦਮੀ ਮੁਕਤਸਰ ਸਾਹਿਬ ਵੱਲ ਨੂੰ ਜਾ ਰਹੇ ਸਨ, ਉਸ ਦਿਸ਼ਾ ਵੱਲ ਨੂੰ ਜਾ ਰਹੇ ਸਨ। ਸਿੰਘ ਨਾਲ ਸਾਨੂੰ ਸੁਨੇਹਾ ਭੇਜਿਆ ਕਿ ਮਹਾਰਾਜ, ਤੁਹਾਡੇ ਪ੍ਰੇਮੀ ਸ਼ਰਧਾਲੂ ਲਾਹੌਰ ਦੇ ਇਲਾਕੇ ਦੀਆਂ ਸੰਗਤਾਂ ਤੁਹਾਡੇ ਦਰਸ਼ਨ ਕਰਨੇ ਚਾਹੁੰਦੀਆਂ ਹਨ। ਸਤਿਗੁਰੂ ਜੀ ਰੁਕ ਗਏ, ਸਾਰੇ ਆ ਗਏ। ਸਤਿਗੁਰੂ ਜੀ ਵੀ ਸੱਜ ਗਏ, ਪੰਚਾਇਤਾਂ ਵੀ ਬੈਠ ਗਈਆਂ। ਜਿੰਨੇ ਪੰਚ ਸਰਪੰਚ ਸਨ, ਚੌਧਰੀ ਸਨ, ਸਾਰਿਆਂ ਨੇ ਹੱਥ ਜੋੜ ਕੇ ਖੜੇ ਹੋ ਕੇ ਬੇਨਤੀ ਕੀਤੀ, ਮਹਾਰਾਜ ਜੀ ਧਿਆਨ ਨਾਲ ਸੁਣਿਓ ਇਹ ਵਚਨ ਕਿ ਤੁਹਾਡਾ ਮੁਗਲਾਂ ਨਾਲ, ਦਿੱਲੀ ਦੀ ਹਕੂਮਤ ਨਾਲ ਨਿੱਤ ਝਗੜਾ ਰਹਿੰਦਾ ਹੈ। ਇਹ ਝਗੜਿਆਂ ਦੇ ਵਿੱਚ, ਇਹ ਲੜਾਈਆਂ ਦੇ ਵਿੱਚ ਤੁਹਾਡਾ ਸਾਥ ਦੇਣਾ ਸਾਡੇ ਲਈ ਬੜਾ ਮੁਸ਼ਕਲ ਹੈ। ਰੋਜ਼ ਦੀ ਮਾਰਾ ਮਰਾਈ ਹੁੰਦੀ ਹੈ, ਘਰ ਘਾਟ ਉੱਜੜਦੇ ਹੈ, ਧਨ ਪਦਾਰਥ ਵੀ ਉੱਜੜਦਾ ਜਾਂਦਾ, ਬੰਦੇ ਵੀ ਮਰਦੇ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਲੜਾਈ, ਮਾਰਾ ਮਰਾਈ, ਝਗੜਾ, ਜੰਗ ਬੰਦ ਕਰਾਇਆ ਜਾਏ। ਮਹਾਰਾਜ ਕਹਿੰਦੇ ਉਹ ਕਿਵੇਂ ਹੋ ਸਕਦਾ, ਤੁਸੀਂ ਦੱਸ ਦਿਓ, ਤੁਸੀਂ ਬਹੁਤੇ ਸਿਆਣੇ ਹੋ, ਸੂਝਵਾਨ ਹੋ। ਕਹਿੰਦੇ ਮਹਾਰਾਜ, ਤੁਹਾਡੀ ਸੰਧੀ, ਤੁਹਾਡੀ ਏਕਤਾ, ਤੁਹਾਡਾ ਪਰਸਪਰ ਮਿਲਾਪ ਅਸੀਂ ਲਾਹੌਰ ਦੇ ਸੂਬੇ ਦੇ ਰਾਹੀਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਤੁਹਾਡੀ ਮੁਲਾਕਾਤ ਕਰਾ ਕੇ ਤੁਹਾਡੀ ਸੰਧੀ ਕਰਾ ਦਿੰਦੇ ਹਾਂ, ਤੁਹਾਡੀ ਨੇੜਤਾ ਕਰਾ ਦਿੰਦੇ ਹਾਂ ਤੇ ਜੰਗ ਬੰਦ ਹੋ ਜਾਣਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੁਸਕਰਾਏ, ਕਹਿਣ ਲੱਗੇ, ਸਿੱਖੋ, ਉਪਦੇਸ਼ ਦਾ ਅਧਿਕਾਰ ਤਾਂ ਗੁਰੂ ਨੂੰ ਹੈ, ਸਿੱਖਾਂ ਨੂੰ ਉਪਦੇਸ਼ ਦੇਣਾ, ਸੰਗਤਾਂ ਨੂੰ ਉਪਦੇਸ਼ ਦੇਣਾ। ਪਰ ਤੁਸੀਂ ਅਜੀਬ ਸਿੱਖ ਹੋ ਕਿ ਅੱਜ ਤੁਸੀਂ ਗੁਰੂ ਨੂੰ ਉਪਦੇਸ਼ ਦੇਣ ਆ ਗਏ, ਗੁਰੂ ਨੂੰ ਸਿੱਖਿਆ ਦੇਣ ਆ ਗਏ, ਗੁਰੂ ਨੂੰ ਮੱਤਾਂ ਦੇਣ ਆ ਗਏ। ਬੜਾ ਆਸ਼ਚर्य ਤੁਹਾਡੀ ਬੁੱਧੀ ਤੇ ਸਾਨੂੰ ਹੁੰਦਾ। ਮਹਾਰਾਜ ਸਾਹਿਬ ਨੇ ਸਵਾਲ ਕੀਤਾ ਕਿ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ ਤੇ ਬਿਠਾ ਕੇ, ਤੱਤਾ ਰੇਤਾ ਸੀਸ ਵਿੱਚ ਪਾ ਕੇ ਜਹਾਂਗੀਰ ਬਾਦਸ਼ਾਹ ਦੇ ਹੁਕਮਾਂ ਨਾਲ ਚੰਦੂ ਪਾਪੀ ਨੇ ਲਾਹੌਰ ਵਿਖੇ ਸ਼ਹੀਦ ਕੀਤਾ, ਉਦੋਂ ਤੁਸੀਂ ਸ਼ਹੀਦ ਹੋਣ ਤੋਂ ਪਹਿਲਾਂ ਸਤਿਗੁਰਾਂ ਦੀ ਸੰਧੀ ਕਰਾ ਦਿੰਦੇ, ਏਕਤਾ ਕਰਾ ਦਿੰਦੇ, ਜਹਾਂਗੀਰ ਨਾਲ ਵਿੱਚ ਪੈ ਕੇ ਸਮਝੌਤਾ ਕਰਾ ਦਿੰਦੇ, ਉਦੋਂ ਤੁਹਾਡੀ ਸਿਆਣਪ ਕਿੱਥੇ ਸੀ? ਫਿਰ ਮਹਾਰਾਜ ਕਹਿੰਦੇ, ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦ ਕਰਵਾਇਆ ਜਾਂ ਔਰੰਗਜ਼ੇਬ ਨੇ ਆਪ ਹੀ ਕੀਤਾ, ਜ਼ਾਲਮ ਨੇ, ਤੁਸੀਂ ਉਦੋਂ ਸਮਝੌਤਾ ਕਿਉਂ ਨਾ ਕਰਾਇਆ? ਹੁਣ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਜਾਨ ਨਾਲੋਂ ਪਿਆਰੇ ਸਿੰਘਾਂ ਦੀਆਂ ਕੁਰਬਾਨੀਆਂ ਹੋ ਗਈਆਂ, ਤੇ ਹੁਣ ਤੁਸੀਂ ਸਾਡਾ ਸਮਝੌਤਾ ਕਰਾਉਣ ਵਾਸਤੇ ਉੱਠ ਕੇ ਤੁਰ ਪਏ। ਸਤਿਗੁਰੂ ਜੀ ਨੇ ਜਦੋਂ ਥੋੜੇ ਵੀਰਸ ਵਿੱਚ ਵਚਨ ਕੀਤੇ ਨਾ, ਉਹ ਪੰਚਾਇਤਾਂ ਦੇ ਮੁਖੀ ਕਹਿਣ ਲੱਗੇ, ਮਹਾਰਾਜ, ਨਿੱਤ ਦੇ ਝਗੜਿਆਂ ਵਿੱਚ ਸਾਡੇ ਤੋਂ ਫਿਰ ਤੁਹਾਡਾ ਸਾਥ ਨਹੀਂ ਦਿੱਤਾ ਜਾਣਾ, ਅਸੀਂ ਤੁਹਾਡੇ ਨਾਲ ਚੱਲ ਨਹੀਂ ਸਕਦੇ, ਤੁਹਾਡੀ ਕੋਈ ਮਦਦ, ਤੁਹਾਡੀ ਕੋਈ ਸੇਵਾ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ, ਚੰਗਾ, ਫਿਰ ਤੁਸੀਂ ਸਾਨੂੰ ਨਾ ਇੱਕ ਕਾਗਜ਼ ਦੇ ਉੱਤੇ ਲਿਖ ਕੇ ਦੇ ਦਿਓ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ। ਤੁਸੀਂ ਸਿੱਖੀ ਦਾ ਬਾਈਕਾਟ ਕਰਦੇ ਹੋ, ਸਾਡਾ ਵੀ ਕਰਦੇ ਹੋ। ਉਹ ਗਿਆਨੀ ਲੋਕਾਂ ਨੇ ਉਸੇ ਵਕਤ ਕਾਗਜ਼ ਤੇ ਕਲਮ ਦੁਆਤ ਨਾਲ ਸਾਧ ਸੰਗਤ ਦੀ ਇਹ ਵਿਦਾਵਾ ਰਾਮੇਆਣੇ ਦੀ ਧਰਤੀ ਤੇ ਲਿਖਿਆ।
ਕਈ ਇਤਿਹਾਸਕਾਰਾਂ ਨੇ ਐਵੇਂ ਲਿਖਤਾ ਵੀ ਅਨੰਦਪੁਰ ਸਾਹਿਬ ਵਿਦਾਵਾ ਲਿਖਿਆ। ਅਨੰਦਪੁਰ ਸਾਹਿਬ ਵਿਦਾਵਾ ਨਹੀਂ ਲਿਖਿਆ। ਅਨੰਦਪੁਰ ਸਾਹਿਬ ਚੋਂ ਤਾਂ ਭਾਈ ਸਾਲੋ ਦਾ ਪੋਤਰਾ ਦੁਨੀ ਚੰਦ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਭੱਜ ਗਿਆ ਸੀ, ਕਿਉਂਕਿ ਜਦੋਂ ਮਹਾਰਾਜ ਸਾਹਿਬ ਜੀ ਦੇ ਉੱਤੇ ਮਸਤ ਹਾਥੀ ਨੂੰ ਭੇਜ ਕੇ ਹਮਲਾ ਕਰਨ ਦੀ ਯੋਜਨਾ ਬਣਾਈ ਨਾ, ਸਿੰਘਾਂ ਨੇ ਆ ਕੇ ਖਬਰ ਦਿੱਤੀ। ਮਹਾਰਾਜ ਕਹਿੰਦੇ ਸਾਡਾ ਵੀ ਮਸਤ ਹਾਥੀ ਹੈ, ਭਾਈ ਦੁਨੀ ਚੰਦ ਉਹਦਾ ਮੁਕਾਬਲਾ ਕਰੇਗਾ। ਰਾਤ ਨੂੰ ਹੀ ਭੱਜ ਗਿਆ ਸੀ। ਫਿਰ ਭਾਈ ਬਚਿੱਤਰ ਸਿੰਘ ਜੀ ਨੇ ਉਹ ਮਸਤ ਹਾਥੀ ਨੂੰ ਆਪ ਸਤਿਗੁਰੂ ਜੀ ਨੇ ਉਹਨਾਂ ਨੂੰ ਨਾਗਣੀ ਬਖਸ਼ਿਸ਼ ਕਰਕੇ ਉਹਦਾ ਮੁਕਾਬਲਾ ਕਰਵਾਇਆ। ਸੋ ਇਸ ਕਰਕੇ ਅਨੰਦਪੁਰ ਸਾਹਿਬ ਵਿਦਾਵਾ ਨਹੀਂ ਹੋਇਆ, ਵਿਦਾਵਾ ਰਾਮੇਆਣੇ ਪਿੰਡ ਵਿੱਚ ਲਿਖਿਆ ਗਿਆ। ਫਿਰ ਇਹ ਜਿਹੜੇ ਲੋਕ ਆਏ ਸਨ, ਇਹਨਾਂ ਵਿੱਚੋਂ ਭਾਈ ਮਹਾ ਸਿੰਘ ਜੀ ਆਦਿ ਕੁਝ ਸਿੰਘ ਜਿਹੜੇ ਸਨ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਸੀ ਨਾ, ਬਖਸ਼ਿਸ਼ਾਂ ਸਨ, ਇਹ 40 ਸਿੰਘ ਤੇ ਮਾਤਾ ਭਾਗ ਕੌਰ, ਕਿਉਂਕਿ ਬਾਕੀ ਸੰਗਤ ਹੋਰ ਵੀ ਲੋਕ ਆਏ ਸਨ, ਉਹਨਾਂ ਵਿੱਚੋਂ ਇਹ 40 ਸਿੰਘ ਮਰਦ ਸੂਰਮੇ ਉੱਠੇ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਵਿਦਾਵਾ ਲਿਖਣ ਦੇ ਵਿੱਚ ਅਸੀਂ ਇਹਨਾਂ ਦਾ ਸਾਥ ਨਹੀਂ ਦੇਵਾਂਗੇ, ਅਸੀਂ ਤੁਹਾਡੀ ਸੇਵਾ ਕਰਾਂਗੇ। ਮਹਾਰਾਜ ਸਾਹਿਬ ਨੇ ਉਹਨਾਂ ਨਾਲ ਕੋਈ ਬਚਨ ਨਹੀਂ ਕੀਤਾ। ਉਹ ਉੱਠ ਕੇ ਉੱਥੋਂ ਅੱਗੇ ਨੂੰ ਚਲੇ ਗਏ। ਜਥੇਦਾਰ ਭਾਈ ਮਹਾ ਸਿੰਘ, ਮਾਤਾ ਭਾਗ ਕੌਰ ਅਤੇ ਹੋਰ ਸਾਰੇ ਸਿੰਘ ਇਹ ਵਿਦਾਵੀਏ ਵਿਦਾਵਾ ਲਿਖ ਕੇ ਪਿੱਛੇ ਮੁੜ ਗਏ, ਸਤਿਗੁਰੂ ਜੀ ਦਾ ਸਾਥ ਛੱਡ ਗਏ। ਇੰਨੇ ਨੂੰ ਫੌਜ ਮਗਰ ਪਹੁੰਚਦੀ। ਖਿਦਰਾਣਾ ਤੇ ਰੁਪਾਣਾ ਇਹ ਦੋ ਪਿੰਡ ਹੈ ਮਾਲਵੇ ਵਿੱਚ ਮੁਕਤਸਰ ਸਾਹਿਬ ਕੋਲੇ। ਜਿਹੜਾ ਮੁਕਤਸਰ ਸਾਹਿਬ ਹੈ ਇਹ ਖਿਦਰਾਣੇ ਦੀ ਢਾਬ ਸੀ। ਪਿੰਡਾਂ ਦੇ ਸਰਦਾਰ ਸਨ, ਇਹਨਾਂ ਦੀ ਮਲਕੀਅਤ ਸੀ। ਖਿਦਰਾਣੇ ਦੀ ਢਾਬ ਜਿਹੜੀ ਸੀ, ਛੋਟਾ ਤਲਾਬ ਪਾਣੀ ਦਾ। ਮਾਲਵੇ ਵਿੱਚ ਉਦੋਂ ਪਾਣੀ ਨਹੀਂ ਬਹੁਤਾ ਹੋਇਆ ਕਰਦਾ ਸੀ, ਬਰਸਾਤਾਂ ਦਾ ਪਾਣੀ ਲੋਕ ਜਮ੍ਹਾਂ ਕਰਦੇ ਸਨ, ਡੂੰਘੇ ਛੱਪੜ ਪੁੱਟ ਕੇ। ਉਹਨਾਂ ਨੂੰ ਢਾਬਾਂ ਵੀ ਕਹਿੰਦੇ ਸਨ। ਸੋ ਭਾਈ ਉਹ ਢਾਬ ਦੇ ਵਿੱਚ ਪਾਣੀ ਜਮ੍ਹਾਂ ਕਰਨ ਲਈ ਖਿਦਰਾਣੇ ਨੇ ਬੜਾ ਸੋਹਣਾ ਏਰੀਆ ਆਪਣਾ ਬਣਾਇਆ ਹੋਇਆ ਸੀ, ਨੀਵਾਂ ਥਾਂ ਪੁੱਟ ਕੇ, ਪਰ ਉੱਥੇ ਪਾਣੀ ਨਹੀਂ ਸੀ, ਉਹ ਸੁੱਕੀ ਸੀ। ਉਹਦੇ ਆਲੇ ਦੁਆਲੇ ਬੜੇ ਜੰਡ ਝਾੜੀਆਂ, ਕਰੀਰ, ਹੋਰ ਜੰਗਲ ਦੇ ਬਿਰਛ ਕੰਡਿਆਲੇ ਸਾਰੇ ਲੱਗੇ ਹੋਏ ਸਨ। ਜਦੋਂ ਮੁਗਲਿਆ ਫੌਜ ਸਤਿਗੁਰੂ ਜੀ ਤੇ ਹਮਲਾ ਕਰਨ ਵਾਸਤੇ ਖਿਦਰਾਣੇ ਦੀ ਤਰਫ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲ ਨੂੰ ਤੁਰੀ ਜਾ ਰਹੀ ਸੀ ਨਾ, ਤਾਂ ਭਾਈ ਮਹਾ ਸਿੰਘ ਜੀ ਨੇ ਆਪਣੇ 40 ਸਿੰਘਾਂ ਨਾਲ ਸਲਾਹ ਕੀਤੀ ਕਿ ਫੌਜ ਸਤਿਗੁਰੂ ਜੀ ਤੱਕ ਨਹੀਂ ਪਹੁੰਚਣ ਦੇਣੀ, ਆਪਾਂ ਰਸਤੇ ਵਿੱਚ ਹੀ ਰੋਕਣੀ ਹੈ, ਸਤਿਗੁਰਾਂ ਤੇ ਹਮਲਾ ਨਹੀਂ ਹੋਣ ਦੇਣਾ। ਇਹਨਾਂ ਸਿੰਘਾਂ ਨੇ ਫਿਰ ਸਾਧ ਸੰਗਤ ਜੀ ਝਾੜੀਆਂ ਤੇ ਬੇਲਿਆਂ ਤੇ, ਇਹਨਾਂ ਸਾਰੇ ਜਿੰਨੇ ਵੀ ਜੰਗਲ ਦੇ ਦਰਖਤ ਸਨ, ਇਹਨਾਂ ਬੂਟਿਆਂ ਤੇ ਆਪਣੇ ਚਾਦਰੇ ਕਸ਼ਹਿਰੇ ਪਾ ਕੇ ਇਸ ਤਰ੍ਹਾਂ ਦਾ ਦ੍ਰਿਸ਼ ਬਣਾਇਆ ਜਿਵੇਂ ਫੌਜ ਦਾ ਕੈਂਪ ਲੱਗਿਆ ਹੁੰਦਾ, ਤੰਬੂ ਤਾਣੇ ਹੁੰਦੇ। ਇਸ ਤਰ੍ਹਾਂ ਸਿੰਘਾਂ ਕੋਲੇ ਕੋਈ ਬਹੁਤੇ ਸ਼ਸਤਰ ਵੀ ਨਹੀਂ ਸਨ, ਕਿਹੜੇ ਘਰੋਂ ਜੰਗ ਕਰਨ ਵਾਸਤੇ ਆਏ ਸੀ, ਲੋਕਾਂ ਦੇ ਕਹਿਣ ਤੋਂ ਨਾਲ ਆ ਗਏ, ਪਰ ਹਿਰਦਾ ਇਹਨਾਂ ਦਾ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਭਿੱਜਿਆ ਹੋਇਆ ਸੀ। ਸੋ ਇਹਨਾਂ ਸਿੰਘਾਂ ਨੇ ਰਸਤੇ ਦੇ ਵਿੱਚ ਸਾਰੀ ਜੰਗੀ ਸਾਜੋ ਸਮਾਨ ਦੀ ਤਿਆਰੀ ਕੀਤੀ। ਇੰਨੇ ਨੂੰ ਫੌਜ ਆਈ। ਫੌਜ ਨੇ ਦੇਖਿਆ ਕਿ ਇਹ ਤਾਂ ਗੁਰੂ ਸਾਹਿਬ ਜੀ ਦਾ ਕੈਂਪ ਹੈ ਤੇ ਇਹਨੂੰ ਘੇਰਾ ਪਾ ਲਓ। ਜਦੋਂ ਤੁਰਕਾਂ ਨੇ ਵਜੀਦੇ ਦੀਆਂ ਤੇ ਲਾਹੌਰ ਦੇ ਸੂਬੇ ਦੀਆਂ ਫੌਜਾਂ ਨੇ ਘੇਰਾ ਪਾਇਆ, ਫਿਰ ਸਾਧ ਸੰਗਤ ਜੀ ਇੱਕ ਇੱਕ ਸਿੰਘ ਜਿੰਨੀ ਸਮਰੱਥਾ ਸੀ, ਕੋਈ 5 ਕਦਮੀ, ਕੋਈ 10 ਕਦਮੀ, ਅੱਗੇ ਵੱਧ ਕੇ ਇੱਕ ਇੱਕ ਸਿੰਘ ਨੇ ਪੂਰੀ ਬਿਉਂਤਬੰਦੀ ਦੇ ਨਾਲ ਕਿ ਸਮਾਂ ਲੰਘ ਜਾਏ, ਹੌਲੀ ਹੌਲੀ ਇੱਕ ਇੱਕ ਸਿੰਘ, ਦੋ ਸਿੰਘ ਆਪਣੇ ਮੋਰਚਿਆਂ ਵਿੱਚੋਂ ਬਾਹਰ ਆ ਕੇ ਲੜਦੇ ਹੋਏ ਸ਼ਹੀਦ ਹੋਏ। ਸਤਿਗੁਰੂ ਜੀ ਨੂੰ ਪਤਾ ਲੱਗ ਗਿਆ। ਸਤਿਗੁਰੂ ਜੀ ਬੜੀ ਤੇਜ਼ ਕਦਮੀ ਮੁਕਤਸਰ ਸਾਹਿਬ ਖਿਦਰਾਣੇ ਦੀ ਢਾਬ ਕੋਲੇ ਪਹੁੰਚੇ ਆ। ਉੱਚੀ ਟਿੱਬੀ ਸਾਹਿਬ ਸਥਾਨ ਹੈ, ਉੱਚੀ ਟਿੱਬੀ ਸੀ, ਉਸ ਉੱਤੇ ਵੀਰ ਆਸਨ ਬੈਠ ਕੇ ਫਿਰ ਸਤਿਗੁਰੂ ਜੀ ਨੇ ਤੀਰ ਛੱਡੇ। ਜ਼ਾਲਮਾਂ ਦੀ ਫੌਜ ਵਿੱਚ ਬਹੁਤ ਹਲਚਲ ਮਚ ਗਈ ਔਰ ਸਾਧ ਸੰਗਤ ਜੀ ਸ਼ਾਮ ਤੱਕ 39 ਸਿੰਘ ਸ਼ਹੀਦ ਹੋ ਗਏ। ਭਾਈ ਮਹਾ ਸਿੰਘ ਜੀ ਅਜੇ ਉਹਨਾਂ ਦੇ ਪ੍ਰਾਣ ਬਚੇ ਹੋਏ ਸਨ, ਫੱਟੜ ਬਹੁਤ ਜ਼ਿਆਦਾ ਹੋਏ ਸਨ। ਸਤਿਗੁਰੂ ਜੀ ਫੌਜਾਂ ਡਰਦੀਆਂ ਉੱਥੋਂ ਭੱਜ ਗਈਆਂ, ਮੈਦਾਨ ਖਾਲੀ ਹੋਇਆ। ਸਤਿਗੁਰੂ ਜੀ ਛੇਤੀ ਥੇਣੇ ਟਿੱਬੀ ਸਾਹਿਬ ਤੋਂ, ਜਿੱਥੇ ਅੱਜ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ ਸਰੋਵਰ ਦੇ ਕਿਨਾਰੇ ਤੇ, ਉੱਥੇ ਪਹੁੰਚੇ ਆ।
ਜਿਹੜਾ ਸਿੰਘ 5 ਕਦਮਾਂ ਆਪਣੇ ਮੋਰਚੇ ਵਿੱਚੋਂ ਅੱਗੇ ਆ ਕੇ ਲੜਿਆ, ਉਹਨੂੰ ਵਰਦਾਨ ਦਿੱਤਾ ਮੇਰਾ 5000 ਹੀ। ਜਿਹੜਾ 10 ਕਦਮਾਂ ਅੱਗੇ ਹੋ ਕੇ ਲੜਿਆ, ਮੇਰਾ 10,000 ਹੀ। ਵੀ ਇਹਨੇ 5000 ਫੌਜ ਦਾ ਇਕੱਲੇ ਨੇ ਮੁਕਾਬਲਾ ਕੀਤਾ, ਇਹਨੇ 10,000 ਵੈਰੀ ਦਾ ਮੁਕਾਬਲਾ ਕੀਤਾ। ਔਰ ਇਹਨਾਂ ਸਿੰਘਾਂ ਦੇ ਹਿਰਦਿਆਂ ਦੇ ਵਿੱਚ ਰਾਜ ਭਾਗ ਦੀ ਵੀ ਇੱਛਾ ਸੀ। ਮਹਾਰਾਜ ਜੀ ਨੇ ਉਹ ਵੀ ਵਰਦਾਨ ਦਿੱਤਾ, ਇਹ 5,000 ਦਾ ਜਥੇਦਾਰ ਹੋਵੇਗਾ। 5,000 ਉੱਤੇ ਦਾ ਹੁਕਮ ਚੱਲੇਗਾ, ਇਹਦਾ 10,000 ਉੱਤੇ ਹੁਕਮ ਚੱਲੇਗਾ। 10,000 ਸੈਨਾ ਦਾ ਇਹ ਜਨਰਲ ਹੋਏਗਾ, ਕਮਾਂਡਰ ਹੋਏਗਾ। ਔਰ ਅੱਗੇ ਵੱਧ ਕੇ ਜਿੰਨੇ ਵੀ ਕੋਈ ਲੜਿਆ, ਕਈਆਂ ਨੂੰ ਬਲਖ ਬੁਖਾਰੇ ਦੇ ਰਾਜੇ, ਕਈਆਂ ਨੂੰ ਕਾਬਲ ਦੇ ਰਾਜੇ, ਕਈਆਂ ਨੂੰ ਕੰਧਾਰ ਦੇ ਰਾਜੇ, ਸਾਰੇ ਵਰਦਾਨ ਦਿੱਤੇ। ਜਦੋਂ ਭਾਈ ਮਹਾਂ ਸਿੰਘ ਜੀ ਕੋਲੇ ਪਹੁੰਚੇ, ਪ੍ਰਾਣ ਚੱਲ ਰਹੇ ਸਨ ਸਰੀਰ ਦੇ ਵਿੱਚ, ਬਹੁਤ ਜ਼ਿਆਦਾ ਸਰੀਰ ਫੱਟੜ ਹੋ ਚੁੱਕਾ ਸੀ। ਭਾਈ ਮਹਾਂ ਸਿੰਘ ਜੀ ਦਾ ਚਿਹਰਾ ਮਿੱਟੀ ਗਰਦੇ ਨਾਲ ਭਰਿਆ ਪਿਆ ਸੀ। ਸਤਿਗੁਰੂ ਜੀ ਨੇ ਚੁੱਕ ਕੇ ਉਹਨਾਂ ਦਾ ਚਿਹਰਾ ਆਪਣੇ ਸੱਜੇ ਪੱਟ ਤੇ ਰੱਖਿਆ ਸੀ। ਆਪਣੇ ਕਮਰ ਕੱਸੇ ਦੇ ਬਸਤਰ ਨਾਲ ਚਿਹਰਾ ਸਾਫ਼ ਕੀਤਾ। ਕਲਗੀਧਰ ਪਾਤਸ਼ਾਹ ਜੀ ਦਾ ਗੁਰਸਿੱਖਾਂ ਨਾਲ ਕਿੰਨਾ ਪਿਆਰ ਹੈ, ਇੰਨਾ ਪਿਆਰ ਮਾਤਾ ਪਿਤਾ ਵੀ ਨਹੀਂ ਕਰ ਸਕਦੇ ਜਿੰਨਾ ਪਿਆਰ ਸਤਿਗੁਰੂ ਜੀ ਆਪਣੇ ਗੁਰਸਿੱਖ ਪੁੱਤਰਾਂ ਮਾਈਆਂ ਭਾਈਆਂ ਨਾਲ ਕਰਦੇ ਆ। ਪੁੱਤਰ ਪੁੱਤਰੀਆਂ ਨਾਲ ਸਤਿਗੁਰੂ ਜੀ ਦਾ ਸਨੇਹ ਹੈ। ਭਾਈ ਮਹਾਂ ਸਿੰਘ ਜੀ ਨੂੰ ਪੁੱਛ ਕੇ ਸਤਿਗੁਰੂ ਜੀ ਬਚਨ ਕਰਦੇ ਆ, ਭਾਈ ਮਹਾਂ ਸਿੰਘ, ਤੇਰਾ ਸਰੀਰ ਰੋਗ ਕਰਦੀ ਹੈ, ਤੰਦਰੁਸਤ ਕਰਦੀ ਹੈ, ਤੈਨੂੰ ਹਿੰਦੁਸਤਾਨ ਦਾ ਰਾਜ ਭਾਗ ਬਖਸ਼ਦੀ ਹੈ, ਕੋਈ ਹੋਰ ਇੱਛਾ ਉਹ ਮੰਗ, ਜੋ ਮੰਗੇਗਾ ਉਹੀ ਮਿਲੇਗਾ। ਭਾਈ ਮਹਾਂ ਸਿੰਘ ਜੀ ਨੇ ਆਪਣਾ ਹੱਥ ਚੁੱਕਿਆ, ਚੋਲੇ ਦੇ ਖੀਸੇ ਵਿੱਚੋਂ ਉਹ ਬਦਾਵਾ ਕੱਢ ਕੇ ਸਤਿਗੁਰੂ ਜੀ ਦੇ ਅੱਗੇ ਰੱਖਿਆ। ਮਹਾਰਾਜ, ਇਹ ਬਦਾਵਾ ਪਾੜ ਦਿਓ। ਮਹਾਰਾਜ ਕਹਿੰਦੇ, ਭਾਈ ਮਹਾਂ ਸਿੰਘ, ਤੂੰ ਤਾਂ ਬਦਾਵਾ ਲਿਖਿਆ ਨਹੀਂ। ਵਾਹਿਗੁਰੂ। ਭਾਈ ਮਹਾਂ ਸਿੰਘ ਨੇ ਬੇਨਤੀ ਕੀਤੀ, ਮਹਾਰਾਜ, ਜਿਹੜਾ ਉਹ ਬਦਾਵਾ ਤੁਹਾਨੂੰ ਲਿਖ ਕੇ ਦੇ ਕੇ ਗਏ ਉਹ ਬਦਾਵਾ ਪਾੜ ਦਿਓ, ਰਹੁ ਵਿਚਾਰ। तो महाराज कहते, भाई महा सिंह, तू तो बदावा नहीं पाठ लिखिया, तू कोई बेमुख नहीं होया, तू ना बेमुखा ली क्यों मंगदा ये गल? कहने लगा, नहीं महाराज, मैनू राज नहीं चाहिदा, मैनू दुनिया के सुख नहीं चाहिए, लंबी उम्र नहीं, शहीदी की मौत भागां वाले नूं प्राप्त हुंदी है। सब तो उत्तम भाग होण तां शहादत का जाम प्राप्त हुंदा। इस करके महाराज मेरी बेनती है, जिहड़ा बदावीए बदावा लिख के गए है ना, माझे नूं कलंक ला दिता। तो महाराज जी ने उत्थे वचन कहे सन ना, टुट्टी सो न कुट्टी। भाई महा सिंह नूं कहा, जिहड़ी टुट गई है नकुट गई, ये खोटे है, साडे तो दूर हो गया, हुण इस तो बाद ये जुड़ नहीं सकते। तीजी बारी जो वचन किया, कहते महाराज कृपा करो, बख्श लो, सारे देश के उत्ते कलंक लग जाएगा। इलाकिਆਂ ਨੂੰ देश भी कहते हैं ना, जिवें माझा देश, दुआबा देश, मालवा देश, सूबिਆਂ ਨੂੰ भी देश किया जाता, एक सारा मिल के बड़ा देश भी बन जाता। सो महाराज माझे देश के कुछ भुल्लड़ लोगों ने हरकत की, इन्हां नूं बख्श दे। महाराज इक्को इच्छा, ये जिहड़ा बदावा है पाड़ दिओ। महाराज ने फिर अपने चोले के खीसे विचों, देखो साध संगत जी साहबजादे भी शहीद हो गए, जान नालों प्यारे सिंह भी शहीद हो गए, केवल बदावे का कागज साम के रखा होया सी। जानते सन कि भाई महा सिंह ने अपने पवित्र खून नाल एक कलंक लग्या धोना। वो बदावे का कागज कढ़िया, कढ़ के सतगुरु जी ने सामने पाड़ दिता। कह लगे, भाई महा सिंह, तू टुट्टी गंढ लई अज, तेरे वर्गे जोधे माझे दे विच धर्म रखिया, सूरवीर महाबली सूरमे उस धरती ते पैदा होणगे, जिहड़े पंथ दी साडे दी सेवा करया करनगे। भी वरदान नाल दिते सच्चे पातशाह जी ने, उन्हां दी कुर्बानी करके। सो महाराज जी ने भाई महा सिंह जी दी कुर्बानी करके टुट्टी गंढी। सारे उन्होंने मनमुखा लाहौर के इलाके के मनमुख सन, सारा माझा नहीं सी। उन्होंने मनमुखा करके जिन्हों की सरकार के लोगों नाल मेल जोल संबंध सन, उन्होंने गनाह भाई महा सिंह जी ने बख्शवा के सतगुरु जी की गोद में ही अपने शरीर को त्यागया, शहीदी जाम पीता।
ਉਸੇ ਸਮੇਂ ਫਿਰ ਸਤਿਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਇਕੱਠੇ ਕਰਕੇ ਉੱਥੇ ਹੀ ਸਤਿਗੁਰੂ ਜੀ ਨੇ ਆਪਣੇ ਹਸਤ ਕਮਲਾਂ ਨਾਲ ਸਾਰੇ ਸਿੰਘਾਂ ਦਾ ਸੰਸਕਾਰ ਕੀਤਾ। ਆਪ ਕਲਗੀਧਰ ਪਾਤਸ਼ਾਹ ਦੇਖੋ ਮੇਰੇ ਸਤਿਗੁਰੂ ਨੇ ਜਦੋਂ ਚਮਕੌਰ ਦੇ ਜੰਗ ਵਿੱਚੋਂ ਨਿਕਲੇ ਨਾ ਤਾਂ ਵੱਡੇ ਸਾਹਿਬਜ਼ਾਦਿਆਂ ਦੇ ਸਰੀਰ ਉੱਤੇ ਆਪਣੇ ਕਮਰ ਕਸੇ ਦਾ ਵਸਤਰ ਵੀ ਨਹੀਂ ਪਾਇਆ, ਜਿਹਨੂੰ ਆਪਾਂ ਖੱਪਣ ਕਹਿੰਦੇ ਹਾਂ, ਪਰ ਮੁਕਤਸਰ ਸਾਹਿਬ ਦੇ ਸ਼ਹੀਦਾਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਮਹਾਰਾਜ ਸਾਹਿਬ। ਸੋ ਸਾਧ ਸੰਗਤ ਜੀ ਉਦੋਂ ਫਿਰ ਵਰਦਾਨ ਦਿੱਤੇ ਕਿ ਜਿੱਥੇ ਇੱਕ ਰਿਸ਼ੀ ਮੁਨੀ ਤਪ ਕਰਦਾ ਉਹ ਧਰਤੀ ਤੀਰਥ ਬਣ ਜਾਂਦੀ ਹੈ। ਇੱਥੇ ਮੇਰੇ 4 ਮੁਕਤਿਆਂ ਦਾ ਪਵਿੱਤਰ ਖੂਨ ਡੁੱਲਿਆ, ਇਹ ਤੀਰਥਾਂ ਦਾ ਤੀਰਥ ਬਣ ਗਿਆ। ਕਰ ਖਿਦਰਾਣਾ ਢਾਬ ਕੋ ਮੁਕਤ ਮੁਕਤਸਰ ਕੀਨ, ਖਿਦਰਾਣੇ ਦੀ ਢਾਬ ਨੂੰ ਮੁਕਤਸਰ ਸਾਹਿਬ ਬਣਾ ਦਿੱਤਾ। ਔਰ ਇਹ ਵਚਨ ਕੀਤਾ ਜਿਹੜਾ ਮਾਘ ਦੇ ਮਹੀਨੇ ਦੀ ਸੰਗਰਾਂਦ ਨੂੰ ਮਾਘੀ ਦੇ ਦਿਨ ਇਹ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇਗਾ, ਦਰਸ਼ਨ ਕਰੇਗਾ, ਸਤਸੰਗਤ ਕਰੇਗਾ, ਕੜਾਹ ਪ੍ਰਸ਼ਾਦ ਚੜਾਵੇਗਾ, ਇੱਥੇ ਹਾਜ਼ਰੀ ਭਰੇਗਾ, ਉਹਦੇ ਸਾਰੇ ਪਾਪ ਬਖਸ਼ੇ ਜਾਣਗੇ, ਉਹ ਮੁਕਤ ਹੋ ਜਾਏਗਾ। ਮੁਕਤ ਇਹ ਵਰਦਾਨ ਸ੍ਰੀ ਮੁਕਤਸਰ ਸਾਹਿਬ ਜੀ ਦੀ ਧਰਤੀ ਨੂੰ ਬਖਸ਼ਿਆ। ਜੰਗ ਜੇਠ ਦੇ ਮਹੀਨੇ ਵਿੱਚ ਹੋਇਆ, ਪਰ ਮਾਘ ਦੇ ਮਹੀਨੇ ਦੀ ਸੰਗਰਾਂਦ ਨੂੰ ਇਹ ਜੋੜ ਮੇਲਾ ਸਤਿਗੁਰੂ ਜੀ ਦੇ ਸਮੇਂ ਤੋਂ ਔਰ ਗੁਰਸਿੱਖਾਂ ਨੇ ਗੁਰਮਤਾ ਕਰਕੇ ਮਾਘੀ ਮੁਕਤਸਰ ਸਾਹਿਬ ਮਨਾਉਣ ਦੀ ਪ੍ਰਥਾ ਪਰੰਪਰਾ ਪ੍ਰਾਰੰਭ ਕੀਤੀ ਹੈ। ਸੋ ਅੱਜ ਆਪਾਂ ਉਹਨਾਂ ਸ਼ਹੀਦਾਂ ਨੂੰ ਵੀ ਨਤਮਸਤਕ ਹੋ ਰਹੇ ਹਾਂ। ਚੌਥਾ ਸਾਧ ਸੰਗਤ ਜੀ, ਅੱਜ ਦੇ ਦਿਨ ਬਸੰਤ ਰੁੱਤ ਦਾ ਆਗਾਜ਼ ਹੁੰਦਾ, ਬਸੰਤ ਰੁੱਤ ਦੀ ਪ੍ਰਾਰੰਭਤਾ ਹੁੰਦੀ ਹੈ। ਮੌਲੀ ਧਰਤੀ, ਮੌਲਿਆ ਆਕਾਸ਼, ਇਹ ਬਸੰਤ ਰੁੱਤ ਸਾਰੀਆਂ ਰੁੱਤਾਂ ਵਿੱਚੋਂ ਸਭ ਤੋਂ ਵੱਧ ਖੁਸ਼ੀ ਦਾ ਪ੍ਰਤੀਕ ਹੈ, ਖੇੜਿਆਂ ਦਾ ਪ੍ਰਤੀਕ ਹੈ ਕਿ ਧਰਤੀ ਦੇ ਉੱਤੇ ਸਾਰੀ ਬਨਾਸਪਤੀ ਟਹਿਕ ਜਾਂਦੀ ਹੈ, ਫੁੱਲਾਂ ਵਿੱਚ ਖੁਸ਼ਬੂ ਆ ਜਾਂਦੀ ਹੈ, ਫੁੱਲਾਂ ਦੇ ਵਿੱਚ ਜੋਬਨ ਆ ਜਾਂਦਾ, ਸਾਰੀ ਧਰਤੀ ਨੂੰ ਮਹਿਕ ਨਾਲ ਫੁੱਲ ਜਿਹੜੇ ਐ ਚੰਗੀ ਤਰ੍ਹਾਂ ਸਾਰੀ ਧਰਤੀ ਦੇ ਵਿੱਚ ਆਪਣੀ ਮਹਿਕ ਬਖੇਰ ਦਿੰਦੇ ਹਨ। ਬਸੰਤ ਰੁੱਤ ਸਭ ਤੋਂ ਉੱਤਮ 6 ਰੁੱਤਾਂ ਵਿੱਚੋਂ ਚੰਗੀ ਤੋਂ ਚੰਗੀ ਰੁੱਤ ਮੰਨੀ ਹੈ। ਔਰ ਅੱਜ ਦੇ ਦਿਨ ਭਾਵ ਕੱਲ ਲੋਹੜੀ ਦੀ ਰਾਤ ਨੂੰ 9 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਸੰਤ ਰਾਗ ਗਾਇਨ ਕਰਨਾ ਮਰਜ਼ਾਦਾ ਹੈ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਬਕਾਇਦਾ ਅਰਦਾਸ ਕਰਕੇ ਦੇਖ ਕਰਕੇ ਫਿਰ ਬਸੰਤ ਰਾਗ ਦੀ ਰੰਭਤਾ ਹੁੰਦੀ ਹੈ। ਹੋਲੇ ਮਹੱਲੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਸੰਤ ਰਾਗ ਦੀ ਸੰਪੂਰਨਤਾ ਦੀ ਅਰਦਾਸ ਹੁੰਦੀ ਹੈ। 2 ਮਹੀਨੇ ਮਾਘ ਔਰ ਫੱਗਣ ਬਸੰਤ ਰੁੱਤ ਦਾ ਹਿੱਸਾ ਮੰਨੇ ਹੈ। ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਮਰਜ਼ਾਦਾ ਬਣਾਈ ਹੈ ਵੀ ਜਦੋਂ ਮਾਘੀ ਆਵੇ ਉਸ ਦਿਨ ਤੋਂ ਲੈ ਕੇ 2 ਮਹੀਨੇ ਗੁਰੂ ਘਰ ਦੇ ਵਿੱਚ ਹਰ ਰਾਗੀ ਸਿੰਘ ਜਿਹੜਾ ਕੀਰਤਨ ਕਰੇ ਉਹ ਬਸੰਤ ਰਾਗ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਜ਼ਰੂਰ ਕਰੇ। ਔਰ ਬਸੰਤ ਰਾਗ ਦੀ ਜਿਹੜੀ ਵਾਰ ਹੈ ਉਹਦੀ ਇੱਕ ਇੱਕ ਪੌੜੀ ਹਰ ਸ਼ਬਦ ਤੋਂ ਬਾਅਦ ਨਾਲ ਗਾਇਨ ਕਰਨੀ ਹੈ। ਸਤਿਗੁਰੂ ਜੀ ਨੇ ਮਰਜ਼ਾਦਾ ਬਣਾਈ ਹੈ। ਸਾਧ ਸੰਗਤ ਜੀ, ਪੁਰਾਣੇ ਸਿੰਘਾਂ ਵਿੱਚ ਕਿੰਨਾ ਅਭਿਆਸ, ਕਿੰਨੀ ਉਹਨਾਂ ਦੀ ਤਪੱਸਿਆ, ਕਿੰਨੀ ਘਾਲਣਾ ਹੁੰਦੀ ਸੀ। ਮੈਨੂੰ ਯਾਦ ਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਇੱਕ ਮਹਾਨ ਆਤਮਾ, ਮਹਾਨ ਤਪਸਵੀ, ਪਵਿੱਤਰ ਆਤਮਾ, ਗੁਰਮੁਖ ਗੁਰਸਿੱਖ ਰਾਗੀ ਭਾਈ ਪ੍ਰੇਮ ਸਿੰਘ ਜੀ ਹੋਏ। ਉਹ ਰਾਗਾਂ ਵਿੱਚ ਹੀ ਕੀਰਤਨ ਕਰਦੇ ਸਨ। ਕਿਲ੍ਹਾ ਆਨੰਦਗੜ੍ਹ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਸੀਸ ਸੰਸਕਾਰ ਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਔਰ ਤਖਤ ਕੇਸਗੜ੍ਹ ਸਾਹਿਬ, ਰਾਗ ਵਿੱਚ ਜਦੋਂ ਬਾਣੀ ਦਾ ਗਾਇਨ ਕਰਦੇ ਰਾਗਾਂ ਨੂੰ ਪ੍ਰਤੱਖ ਹਾਜ਼ਰ ਕਰਦੇ ਸਨ। ਐਸੀ ਉਹਨਾਂ ਦੇ ਉੱਤੇ ਸਤਿਗੁਰੂ ਜੀ ਦੀ ਕਿਰਪਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਦੀ ਮਹਿਮਾ ਸੁਣੀ, ਆਪਣੇ ਅਹਿਲਕਾਰ ਅਨੰਦਪੁਰ ਸਾਹਿਬ ਭੇਜੇ, ਕਹਿਣ ਲੱਗੇ ਉਹਨਾਂ ਨੂੰ ਲਾਹੌਰ ਲੈ ਕੇ ਆਓ, ਉਹਨਾਂ ਤੋਂ ਰਾਗਾਂ ਵਿੱਚ ਕੀਰਤਨ ਸੁਣਨਾ। ਜਦੋਂ ਗਏ ਉਹਨਾਂ ਨੇ ਬੇਨਤੀ ਕੀਤੀ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ, ਤਾਂ ਰਾਗੀ ਭਾਈ ਪ੍ਰੇਮ ਸਿੰਘ ਜੀ ਕਹਿਣ ਲੱਗੇ, ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਾਡੀ ਵੱਲੋਂ ਬੇਨਤੀ ਕਰਦੇ ਹੋ, ਮੈਂ ਕਿਸੇ ਰਾਜ ਦਰਬਾਰ ਦਾ ਗਵਈਆ ਤੇ ਰਾਗੀ ਨਹੀਂ, ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਦਾ ਰਾਗੀ ਹਾਂ। ਜੇ ਉਹਨਾਂ ਨੇ ਕੀਰਤਨ ਸੁਣਨਾ ਇੱਥੇ ਆ ਜਾਣ ਮਹਾਰਾਜ ਦੇ ਚਰਨਾਂ ਵਿੱਚ, ਇੱਥੇ ਮੈਂ ਜ਼ਰੂਰ ਸੁਣਾ ਸਕਦਾ, ਉੱਥੇ ਨਹੀਂ ਮੈਂ ਜਾਣਾ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੱਸਿਆ, ਕਹਿਣ ਲੱਗੇ ਬਹੁਤ ਹੀ ਤਿਆਗੀ ਗੁਰਸਿੱਖ ਹੈ,
कोई माया का धन का लोभ लालच नहीं, जायदाद का लालच नहीं। फिर महाराजा रणजीत सिंह जी आप आए अपनी फौज अपने अहलकार नाल लेके रागी बाग गुरुद्वारा साहिब ਅੰਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ ਸਾਧ ਸੰਗਤ ਜੀ ਵੱਖ-ਵੱਖ ਅੱਜ ਵੀ ਗੁਰੂ ਸਾਹਿਬ ਜੀ ਦੇ ਸਮੇਂ ਦੇ ਜਿਵੇਂ ਸ਼ਹੀਦੀ ਬਾਗ ਹੈ, ਰਾਗੀ ਬਾਗ ਹੈ, ਵੱਖ-ਵੱਖ ਇਹ ਬਾਗ ਗੁਰੂ ਸਾਹਿਬ ਜੀ ਨੇ ਲਵਾਏ ਸਨ। ਭਾਈ ਸੋਹਣਾ, ਭਾਈ ਮੋਹਣਾ ਇਹ ਮਾਲੀ ਸਾਰੇ ਲਾ ਕੇ ਸਤਿਗੁਰੂ ਜੀ ਨੇ ਬੜੇ ਸੁੰਦਰ ਬਾਗ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਲਵਾਏ ਸਨ। ਰਾਗੀ ਬਾਗ ਸਥਾਨ ਹੈ, ਇੱਥੇ ਭਾਈ ਪ੍ਰੇਮ ਸਿੰਘ ਜੀ ਰਿਹਾ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਜੀ ਨੇ ਬੇਨਤੀ ਭੇਜੀ, ਕਹਿਣ ਲੱਗੇ ਅਸੀਂ ਆਨੰਦਗੜ੍ਹ ਕਿਲੇ ਆਵਾਂਗੇ, ਉੱਥੇ ਕੀਰਤਨ ਸੁਣਾਵਾਂਗੇ। ਜਦੋਂ ਆਏ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੇਨਤੀ ਕੀਤੀ ਕਿ ਬਸੰਤ ਰਾਗ ਸੁਣਨਾ। ਕਹਿੰਦੇ ਫਿਰ ਇਉਂ ਕਰੋ, ਮਹਾਰਾਜ ਸਾਹਿਬ ਦਾ ਚੰਦੋਆ ਵੀ ਚਿੱਟੇ ਰੰਗ ਦਾ ਲਾਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਸਤਰ ਵੀ ਰੁਮਾਲੇ ਵੀ ਚਿੱਟੇ ਰੰਗ ਦੇ, ਤੇ ਸਾਰੇ ਸਿੰਘ ਜਿੰਨੇ ਵੀ ਦਰਬਾਰ ਵਿੱਚ ਆਉਣ ਮਾਈ ਪਾਈ ਸਾਰੇ ਸਫੇਦ ਰੰਗ ਦੇ ਬਸਤਰ ਪਾ ਕੇ ਆਓ, ਸਫੇਦ ਰੰਗ ਦੀਆਂ ਦਸਤਾਰਾਂ ਤੇ ਵਿਛਾਈ ਵੀ ਸਫੇਦ ਰੰਗ ਦੀ ਕਰੋ। ਤਿਆਰੀ ਕਰਾ ਦਿੱਤੀ। ਰਾਜਿਆਂ ਨੂੰ ਕੀ ਕਮੀ ਹੈ, ਨਾਲੇ ਗੁਰੂ ਘਰ ਵਿੱਚ ਕਿਹੜੀ ਵਸਤੂ ਦੀ ਘਾਟ ਹੈ। ਸਫੇਦ ਰੰਗ ਦਾ ਚੰਦੋਆ ਸਾਹਿਬ, ਸਫੇਦ ਰੰਗ ਦੇ ਬਸਤਰ ਵਿਛਾਈਆਂ ਹੋ ਗਈਆਂ। ਰਾਗੀ ਭਾਈ ਪ੍ਰੇਮ ਸਿੰਘ ਜੀ ਨੇ ਜਦੋਂ ਆ ਕੇ ਨਮਸਕਾਰ ਕਰਕੇ ਸਾਧ ਸੰਗਤ ਜੀ ਬਸੰਤ ਰਾਗ ਗਾਇਆ ਨਾ, ਬਸੰਤ ਰਾਗ ਗਾਉਂਦਿਆਂ ਮਹਾਰਾਜ ਸਾਹਿਬ ਦਾ ਚੰਦੋਆ, ਮਹਾਰਾਜ ਸਾਹਿਬ ਦੇ ਰੁਮਾਲੇ, ਸਾਰੀ ਸੰਗਤ ਦੇ ਬਸਤਰ ਪੀਲੇ ਰੰਗ ਦੇ ਹੋ ਗਏ। ਔਰ ਜਿਵੇਂ ਫੁੱਲਾਂ ਦੀ ਮਹਿਕ ਆਉਂਦੀ ਹੈ, ਇਸ ਤਰ੍ਹਾਂ ਆਪਣੇ ਆਪ ਮਹਿਕ ਆਉਣ ਲੱਗ ਪਈ ਗੁਰੂ ਦਰਬਾਰ ਦੇ ਵਿੱਚ ਆਪਣੇ ਆਪ। ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ। ਕਹਿੰਦੇ ਧੰਨ ਤੁਹਾਡੀ ਕਮਾਈ, ਧੰਨ ਤੁਹਾਡੀ ਘਾਲਣਾ। ਕਹਿਣ ਲੱਗੇ ਹੋਰ ਕੋਈ ਰਾਗ ਸੁਣਨਾ? ਕਹਿੰਦੇ ਦੀਪਕ ਰਾਗ ਸੁਣਾਓ। ਕਹਿੰਦੇ ਗੁਰੂ ਅਰਜਨ ਦੇਵ ਜੀ ਦਾ ਹੁਕਮ ਨਹੀਂ ਸੀ ਹਰਿਮੰਦਰ ਸਾਹਿਬ ਦੀਪਕ ਰਾਗ ਗਾਇਨ ਕਰਨ ਦਾ, ਕਿਉਂਕਿ ਤਪਸ਼ ਪੈਦਾ ਕਰ ਦਿੰਦਾ। ਪਰ ਕਹਿੰਦੇ ਤੁਹਾਡੀ ਇੱਛਾ ਹੋਈ ਫਿਰ ਇਉਂ ਕਰੋ, ਗੁਰੂ ਸਾਹਿਬ ਦੇ ਇਰਦ ਗਿਰਦ ਦੇਸੀ ਘਿਓ ਪਾ ਕੇ ਬੱਤੀਆਂ ਰੱਖ ਕੇ ਉਹਨਾਂ ਦੇ ਵਿੱਚ ਦੀਵੇ ਰੱਖ ਦਿਓ, ਜਗਾਉਣੇ ਨਹੀਂ। ਜਦੋਂ ਆਲੇ ਦੁਆਲੇ ਦੀਪਮਾਲਾ ਰੱਖ ਦਿੱਤੀ ਨਾ ਸਜਾ ਕੇ ਸਾਰੇ ਪਾਸੇ, ਜਦੋਂ ਦੀਪਕ ਰਾਗ ਉਹਨਾਂ ਨੇ ਗਾਇਆ ਆਪਣੇ ਆਪ ਦੀਵੇ ਜਗ ਪਏ। ਸਾਧ ਸੰਗਤ ਤਪਸ਼ ਬਹੁਤ ਹੋ ਗਈ। ਕਹਿੰਦੇ ਜੀ ਠੰਡ ਵਰਤਾਓ, ਮਲਹਾਰ ਰਾਗ ਗਾਓ। ਸਾਉਣ ਦੇ ਮਹੀਨੇ 'ਚ ਰਾਗੀ ਸਿੰਘ ਗਾਉਂਦੇ ਆ, ਭਾਦਰੋਂ ਤੇ ਸਾਉਣ ਵਿੱਚ। ਜਦੋਂ ਮਲਹਾਰ ਰਾਗ ਗਾਇਆ ਸਾਰੇ ਅਨੰਦਪੁਰ ਸਾਹਿਬ 'ਚ ਵਰਖਾ ਹੋਣ ਲੱਗ ਪਈ, ਠੰਡ ਵਰਤ ਗਈ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਨਮਸਕਾਰ ਕੀਤੀ। ਕਹਿੰਦੇ ਧੰਨ ਤੁਹਾਡੀ ਕਮਾਈ, ਐਸਾ ਗੁਰਸਿੱਖ ਇਹੋ ਜਿਹਾ ਰਾਗੀ ਤਾਂ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਸੁਣਿਆ ਕਿ ਜਿਹੜਾ ਰਾਗਾਂ ਨੂੰ ਪ੍ਰਤੱਖ ਮੂਰਤੀਮਾਨ ਕਰ ਦੇਵੇ। ਰਾਗੀ ਭਾਈ ਪ੍ਰੇਮ ਸਿੰਘ ਜੀ ਕਹਿਣ ਲੱਗੇ ਸਾਰੀ ਕਰਾਮਾਤ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ, ਉਹਨਾਂ ਦੀ ਕਿਰਪਾ ਹੈ। ਕਹਿਣ ਲੱਗੇ ਮਹਾਰਾਜ ਕੋਈ ਸੇਵਾ ਦੱਸੋ, ਤੁਹਾਡੇ ਲਈ ਸੋਹਣੇ ਮਹਿਲ ਬਣਾ ਦਈਏ, ਤੁਹਾਨੂੰ ਵੱਡੀ ਜਗੀਰ ਲਾ ਦਈਏ, 10 20 50 ਸੇਵਾਦਾਰ ਤੁਹਾਡੀ ਸੇਵਾ ਵਿੱਚ ਰੱਖ ਦਈਏ। ਕਹਿੰਦੇ ਨਹੀਂ, ਜੇ ਜਗੀਰ ਲਾਉਣੀ ਹੈ ਨਾ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਨਾਲ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਜਗੀਰ ਲਾ, ਇਹਨਾਂ ਸਥਾਨਾਂ ਦੇ ਨਾਲ ਜਗੀਰਾਂ ਸਥਾਪਿਤ ਕਰੋ। ਮੈਂ ਕੁਛ ਨਹੀਂ ਲੈਣਾ, 1 ਰੁਪਇਆ ਨਹੀਂ ਲਿਆ। ਖਾਲਸਾ ਜੀ ਐਸੇ ਐਸੇ ਰਾਗੀ ਗੁਰਸਿੱਖ ਤੁਹਾਡੇ ਗੁਰੂ ਕੇ ਪੰਥ ਵਿੱਚ ਹੋਏ ਜਿਨ੍ਹਾਂ ਨੇ ਐਡੀਆਂ ਵੱਡੀਆਂ ਮਹਾਨ ਘਾਲਣਾ ਘਾਲੀਆਂ, ਜਿਨ੍ਹਾਂ ਅੱਗੇ ਦੁਨੀਆ ਨਤਮਸਤਕ ਹੁੰਦੀ ਸੀ। ਇਤਿਹਾਸ ਵਿੱਚ ਐਸੇ ਰਾਗੀ ਨੇ ਹੋਏ ਹੋਰ ਕਿਸੇ ਧਰਮ ਵਿੱਚ ਜੈਸੇ ਗੁਰਸਿੱਖ ਧਰਮ ਦੇ ਵਿੱਚ ਹੋਏ। ਸੋ ਬਸੰਤ ਰਾਗ ਜਿਹੜਾ ਖੇੜੇ ਦਾ ਰਾਗ ਹੈ, ਖੁਸ਼ੀ ਪੈਦਾ ਕਰ ਦਿੰਦਾ, ਮਨ ਵਿੱਚ ਖੇੜਾ ਪੈਦਾ ਕਰ ਦਿੰਦਾ। ਇਉਂ ਅੱਜ ਦੇ ਦਿਨ ਬਸੰਤ ਰਾਗ ਦਾ ਗਾਇਨ ਕਰਨਾ ਪ੍ਰਾਰੰਭ ਹੁੰਦਾ ਹੈ। ਸੋ ਇਹ ਅੱਜ ਸਾਰੇ ਦਿਹਾੜੇ ਹਨ। ਆਓ ਮਾਘ ਦੇ ਮਹੀਨੇ ਦਾ ਜੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਪਰਮ ਪਵਿੱਤਰ ਉਪਦੇਸ਼ ਸੁਣੇ, ਬਖਸ਼ਿਸ਼ ਕੀਤਾ ਹੈ, ਉਸ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਨ ਸੰਗ ਸਾਧੂਆ। ਕਹਿੰਦੇ ਭਾਈ ਮੱਜਨ ਨਾਮ ਹੁੰਦਾ ਇਸ਼ਨਾਨ ਦਾ। ਲੋਕ ਤੀਰਥਾਂ ਤੇ ਇਲਾਹਾਬਾਦ ਜਾ ਕੇ
ਇਸ਼ਨਾਨ ਕਰਦੇ ਹੈ, ਪਰ ਗੁਰਸਿੱਖ ਨੇ ਮਾਘ ਦੇ ਮਹੀਨੇ ਵਿੱਚ ਕਿੱਥੇ ਮੱਜਨ ਇਸ਼ਨਾਨ ਕਿੱਥੇ ਕਰਨਾ। ਆਹ ਜਿਹੜੀ ਸੰਗਤ ਬੈਠੀ ਹੈ ਨਾ, ਇਸ ਸੰਗਤ ਵਿੱਚ ਜਿਹੜਾ ਜੁੜਨਾ ਹੈ, ਜੁੜ ਕੇ ਕੀਰਤਨ ਕਥਾ ਸੁਣਨਾ ਹੈ, ਇਹੀ ਇਸ਼ਨਾਨ ਕਰਨਾ ਹੈ। 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ ਹੋਵੇ। ਗੁਰੂ ਸਾਹਿਬ ਦੇ ਦਰਸ਼ਨ ਕਰਕੇ 68 ਤੀਰਥਾਂ ਦਾ ਫਲ ਮਾਈ ਭਾਈ ਨੂੰ ਗੁਰਸਿੱਖ ਨੂੰ ਮਿਲ ਜਾਂਦਾ। ਸਾਧ ਸੰਗਤ ਜੀ, ਗੁਰੂ ਦੇ ਦਰਸ਼ਨ ਕਰਨ ਦਾ ਐਡਾ ਫਲ ਹੈ। 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ। 68 ਤੀਰਥਾਂ ਦਾ ਹਰ ਬੰਦਾ ਇੱਕ ਵਾਰੀ ਜ਼ਿੰਦਗੀ 'ਚ ਇਸ਼ਨਾਨ ਨਹੀਂ ਕਰ ਸਕਦਾ ਜੇ ਤੁਰ ਕੇ ਕਰਨ ਲੱਗੇ। ਗੱਡੀਆਂ ਤੇ ਜਾ ਕੇ ਵੀ ਨਹੀਂ ਹੋ ਸਕਦਾ, ਬਹੁਤ ਔਖਾ। ਪਰ ਗੁਰੂ ਸਾਹਿਬ ਦੇ ਇੱਕ ਵਾਰੀ ਆ ਕੇ ਦਰਸ਼ਨ ਕਰ ਲਵੇ, ਮੱਥਾ ਟੇਕ ਲਵੇ, ਇੱਕ ਵਾਰੀ ਦਰਸ਼ਨ ਕਰਨ ਵਾਲੀ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ। ਐਡਾ ਵੱਡਾ ਫਲ ਹੈ। ਧੂੜੀ ਵਿੱਚ ਲੁੜੰਦਣੀ ਸੋਹਾ ਨਾਨਕ ਤੈਸੈ ਨਾਲੇ। ਸੰਗਤ ਦੀ ਧੂੜੀ ਵਿੱਚ ਇਸ਼ਨਾਨ ਕਰਨਾ। ਧੂੜੀ ਕੀ ਹੈ ਸਾਧ ਸੰਗਤ ਜੀ? ਜਿਹੜੇ ਜੋੜੇ ਝਾੜਨੇ ਹਨ ਸੰਗਤ ਦੇ, ਇਹ ਧੂੜੀ ਇਸ਼ਨਾਨ ਹੈ। ਜਲ ਨਾਲ ਇਸ਼ਨਾਨ ਕਰਕੇ ਸਰੀਰ ਦੀ ਮੈਲ ਕੱਟੀ ਜਾਂਦੀ ਹੈ। ਧੂੜੀ ਨਾਲ ਇਸ਼ਨਾਨ ਕਰਨ ਨਾਲ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ। ਜਨਮਾਂ ਜਨਮਾਂ ਦੇ ਪਾਪ ਧੋਤੇ ਜਾਂਦੇ। ਐਡੀ ਵੱਡੀ ਕਿਰਪਾ। ਅੱਜ ਤਾਂ ਜੋੜਿਆਂ ਦੀ ਸੇਵਾ, ਝਾੜੂ ਦੇਣਾ, ਬਰਤਨ ਮਾਂਜਣੇ, ਇਹ ਸਾਡੇ ਵਿੱਚ ਘਟਦਾ ਹੀ ਜਾ ਰਿਹਾ। ਬਹੁਤ ਜ਼ਿਆਦਾ ਸਾਡੇ ਵਿੱਚ ਘਾਟ ਆ ਗਈ। ਪ੍ਰਾਤਨ ਗੁਰਸਿੱਖ ਹੱਥੀਂ ਸੇਵਾ ਕਰਦੇ। ਨਵਾਬ ਕਪੂਰ ਸਿੰਘ ਜੀ ਕਹਿੰਦੇ, ਮੈਂ ਖਾਲਸੇ ਦੀ ਨਵਾਬੀ ਤਾਂ ਲੈਣੀ ਹੈ ਜੇ ਤੁਸੀਂ ਮੇਰੀ ਇਹ ਬੇਨਤੀ ਮੰਨੋਗੇ ਕਿ ਮੈਨੂੰ ਝਾੜੂ ਕਰਨ ਤੋਂ ਨਹੀਂ ਰੋਕੋਗੇ, ਪੱਖਾ ਝੱਲਣ ਤੋਂ ਨਹੀਂ ਰੋਕੋਗੇ, ਬਰਤਨ ਮਾਂਜਣ ਤੋਂ ਨਹੀਂ ਰੋਕੋਗੇ, ਫਿਰ ਮੈਂ ਲਵਾਂ। ਸੇਵਾ ਨੂੰ ਪਹਿਲ ਦਿੱਤੀ, ਨਵਾਬੀਆਂ ਨੂੰ, ਰਾਜ ਨੂੰ 2 ਨੰਬਰ ਤੇ ਰੱਖਿਆ। ਇਸ ਕਰਕੇ ਸੇਵਾ ਦਾ ਐਡਾ ਵੱਡਾ ਫਲ ਹੈ ਭਾਈ। ਜਿਹੜਾ ਆਪਾਂ ਇੱਥੇ ਬੈਠੇ ਆ ਨਾ ਸੰਗਤ ਵਿੱਚ, ਇੱਥੇ ਨਾਮ ਰੂਪ ਜਲ ਦੀ ਸਾਡੇ ਉੱਤੇ ਵਰਖਾ ਹੋ ਰਹੀ ਹੈ, ਸਾਡੇ ਅੰਤःਕਰਨ ਤੇ, ਸਾਡੇ ਇੰਦਰੀਆਂ ਦੇ ਉੱਤੇ। ਤੇ ਜਿੰਨੇ ਜਿੰਨੇ ਇਹਨਾਂ ਦੇ ਪਾਪ ਸਾਰੇ ਧੋਤੇ ਜਾ ਰਹੇ ਹੈ, ਹਿਰਦਾ ਸ਼ੁੱਧ ਹੁੰਦਾ ਜਾ ਰਿਹਾ। ਇਸ ਕਰਕੇ ਸਾਧ ਸੰਗਤ ਦੇ ਵਿੱਚ ਆ ਕੇ ਜਿਹੜਾ ਭਾਈ ਬੈਠ ਕੇ ਕੀਰਤਨ ਕਥਾ ਸੁਣਨਾ ਹੈ, ਇਹੀ ਸਭ ਤੋਂ ਵੱਡਾ ਅਸਲ ਇਸ਼ਨਾਨ ਹੈ ਆਪਣੇ ਪਾਪਾਂ ਨੂੰ ਧੋਣ ਦਾ। ਧੂੜੀ ਕਰ ਇਸ਼ਨਾਨ। ਸੰਗਤ ਦੀ ਧੂੜੀ ਵਿੱਚ ਆਪਣਾ ਅੰਤःਕਰਨ ਦਾ ਇਸ਼ਨਾਨ ਕਰਾ, ਆਪਣੇ ਹਿਰਦੇ ਨੂੰ ਨਿਰਮਲ ਕਰ। ਸੰਗਤ ਵਿੱਚ ਬੈਠ ਕੇ ਤੇਰੇ ਪਾਪ ਜਿਹੜੇ ਆ ਉਹਨਾਂ ਤੋਂ ਤੈਨੂੰ ਮੁਕਤੀ ਪ੍ਰਾਪਤ ਹੋਵੇ। ਅੰਤःਕਰਨ ਦੇ ਪਾਪ ਕੀ ਆ? ਮਨ ਵਿੱਚ ਬੁਰਾ ਚਿਤਵਣਾ, ਮਨ ਵਿੱਚ ਪਾਪ ਚਿਤਵਣਾ, ਮਨ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਫੁਰਨੇ ਲਿਆਉਣੇ, ਨਿੰਦਿਆ, ਚੁਗਲੀ, ਈਰਖਾ, ਵਖੀਲੀ, ਇਹ ਸਾਰੀਆਂ ਮਨ ਦੀਆਂ ਮੈਲਾਂ, ਮਨ ਦੇ ਪਾਪ ਹੈ ਭਾਈ। ਇਹ ਹੌਲੀ ਹੌਲੀ ਜਦੋਂ ਸੰਗਤ ਕਰੀ ਜਾਵਾਂਗੇ, ਸੇਵਾ ਕਰੀ ਜਾਵਾਂਗੇ, ਫਿਰ ਦੂਰ ਹੁੰਦੇ ਆ। ਫਿਰ ਅੰਦਰੋਂ ਪਾਪ ਦੂਰ ਹੋਣ ਦੀ ਨਿਸ਼ਾਨੀ ਕੀ ਹੈ? ਫਿਰ ਮਨ ਵਿੱਚ ਕਿਸੇ ਦਾ ਬੁਰਾ ਚਿਤਵਣ ਤੋਂ ਨਫ਼ਰਤ ਆ ਜਾਂਦੀ ਹੈ ਵੀ ਮਨਾ ਕਿਉਂ ਬੁਰਾ ਚਿਤਵਦਾ ਤੂੰ। ਜੇ ਕਿਸੇ ਨੂੰ ਵਡਿਆਈ ਮਿਲੀ ਹੈ ਉਹਦੀ ਕਿਰਪਾ ਨਾਲ ਮਿਲੀ ਹੈ, ਜੇ ਕੋਈ ਤਰੱਕੀ ਕਰ ਰਿਹਾ ਉਹਦੀ ਕਿਰਪਾ ਨਾਲ ਕਰ ਰਿਹਾ, ਜੇ ਕੋਈ ਪਦਵੀ ਮਿਲੀ ਹੈ ਤਾਂ ਉਹਦੀ ਕਿਰਪਾ ਨਾਲ ਹੀ ਮਿਲੀ ਹੈ। ਤੂੰ ਕਿਉਂ ਬੁਰਾ ਚਿਤਵਦਾ, ਤੂੰ ਕਿਉਂ ਈਰਖਾ ਕਰਦਾ, ਤੂੰ ਕਿਉਂ ਨਿੰਦਿਆ ਕਰਦਾ? ਇਉਂ ਮਨ ਨੂੰ ਫਿਰ ਅੰਦਰੋਂ ਮੋੜਾ ਪੈਣਾ ਸ਼ੁਰੂ ਹੋ ਜਾਂਦਾ। ਫਿਰ ਬੰਦਾ ਜੇ ਮਨ ਵਿੱਚ ਕੋਈ ਬੁਰਾ ਖਿਆਲ ਵੀ ਆਉਂਦਾ, ਉਦੋਂ ਹੀ ਹੱਥ ਜੋੜ ਕੇ ਅਰਦਾਸ ਕਰਦਾ, ਮਹਾਰਾਜ ਮੇਰੇ ਮਨ ਵਿੱਚ ਆ ਮਾੜਾ ਖਿਆਲ ਆ ਗਿਆ, ਮੈਨੂੰ ਬਖਸ਼ ਦਿਓ। ਐ ਮਨ ਹੌਲੀ ਹੌਲੀ ਨਿਰਮਲ ਹੋਣ ਲੱਗ ਜਾਂਦਾ। ਜਦੋਂ ਐਨ ਪੂਰਾ ਹਿਰਦਾ ਪਵਿੱਤਰ ਹੋ ਜਾਂਦਾ ਨਾ ਸਾਧ ਸੰਗਤ ਜੀ, ਫਿਰ ਉਸ ਹਿਰਦੇ ਵਿੱਚ ਨਾਮ ਦਾ ਵਾਸ ਹੋ ਜਾਂਦਾ। ਫਿਰ ਨਾਮ ਦਾ ਵਾਸ ਹੋਣ ਨਾਲ ਫਿਰ ਗੁਰੂ ਦੀ ਕਿਰਪਾ ਪ੍ਰਾਪਤ ਹੋਣ ਲੱਗ ਜਾਂਦੀ। ਇਉਂ ਹਿਰਦਾ ਸ਼ੁੱਧ ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਇਸ ਤਰ੍ਹਾਂ ਹਿਰਦਾ ਸ਼ੁੱਧ, ਅੰਤःਕਰਨ ਪਵਿੱਤਰ ਹੁੰਦਾ ਹੈ। ਹਸਤੋ ਪਵਿੱਤਰੋ ਯਦਿ ਦਾਨ ਪੁੰਨਯਮ, ਪਾਵੋ ਪਵਿੱਤਰੋ ਯਦਿ ਤੀਰਥ ਯਾਤਰਾ, ਵਾਕਿੰਗ ਪਵਿੱਤਰੰ ਯਦਿ ਰਾਮ ਨਾਮੰ, ਹਿਰਦਿਅੰ ਪਵਿੱਤਰੰ ਯਦਿ ਬ੍ਰਹਮ ਨਿਸ਼ਠਾ। ਹੱਥ ਪਵਿੱਤਰ ਹੁੰਦੇ ਦਸਾਂ ਨੌਂ ਦੀ ਕਿਰਤ ਕਮਾਈ ਕਰਕੇ, ਦਾਨ ਦੇਣ ਦੇ ਨਾਲ, ਸੇਵਾ ਕਰਨ ਦੇ ਨਾਲ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਣੇ ਫਲ ਕਰਨੀ। ਹੱਥ ਪਵਿੱਤਰ ਹੋਣਗੇ ਜੋੜੇ ਝਾੜਨ ਨਾਲ, ਬਰਤਨ ਮਾਂਜਣ ਦੇ ਨਾਲ, ਝਾੜੂ ਦੇਣ ਦੇ ਨਾਲ, ਬਸਤਰ ਧੋਣ ਦੇ ਨਾਲ, ਸੰਗਤ ਦੀ ਸੇਵਾ ਕਰਨਾ, ਹੋਰ ਜਿੰਨੀਆਂ ਵੀ ਸੇਵਾ। ਪੈਰ ਪਵਿੱਤਰ ਹੋਣਗੇ, ਘਰੋਂ ਗੁਰੂ ਘਰ ਆਉਂਦੇ ਆ ਜਾਂ ਹੋਰ ਸਥਾਨਾਂ ਦੇ ਦਰਸ਼ਨ ਕਰਨ ਜਾਂਦੇ ਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,
ਸ੍ਰੀ ਮੁਕਤਸਰ ਸਾਹਿਬ, ਹਜ਼ੂਰ ਸਾਹਿਬ, ਦਮਦਮਾ ਸਾਹਿਬ, ਸਾਰੇ ਸਥਾਨਾਂ ਦੇ ਦਰਸ਼ਨ ਕਰਨ ਜਦੋਂ ਪੈਰਾਂ ਨਾਲ ਚੱਲ ਕੇ ਜਾਵਾਂਗੇ, ਪੈਰ ਪਵਿੱਤਰ ਹੋ ਜਾਣਗੇ। ਵਾਕਿਆ ਪਵਿੱਤਰ ਨੂੰ ਜਦੀ ਰਾਮ ਨਾਮ ਨੂੰ ਵਾਕ ਬੋਲਣ ਦਾ ਜਿਹੜਾ ਇੰਦਰਾ ਸਾਡੀ ਜ਼ੁਬਾਨ, ਇਹ ਕਦੋਂ ਪਵਿੱਤਰ ਹੁੰਦੀ ਹੈ? ਸਾਰੀ ਦਿਹਾੜੀ ਕੂੜ ਕਸਾਤੀ ਬੋਲਦੇ ਆ, ਮੰਦਾ ਚੰਗਾ। ਮਹਾਰਾਜ ਕਹਿੰਦੇ ਇਹਨੂੰ ਵੀ ਪਵਿੱਤਰ ਕਰ ਲਿਆ ਕਰ, ਕਹਿੰਦੇ ਜ਼ੁਬਾਨ ਨੂੰ ਵੀ ਧੋ ਲਿਆ ਕਰ। ਇਹ ਤਾਂ ਧੋਤੀ ਜਾਣੀ ਹੈ, ਤਾਂ ਪਵਿੱਤਰ ਹੋਣੀ ਹੈ ਜੇ ਇਸ ਜ਼ੁਬਾਨ ਨਾਲ ਪੰਜ ਬਾਣੀਆਂ ਦਾ ਨਿਤਨੇਮ ਕਰਾਂਗੇ। ਰਹਿ ਰਸ ਕੀਰਤਨ ਸੋਲੇ ਦਾ ਪਾਠ, ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ, ਬਾਰ-ਬਾਰ ਜਪਜੀ ਸਾਹਿਬ ਦੇ ਪਾਠਾਂ ਦਾ ਅਭਿਆਸ। ਕੋਈ 21 ਕਰਦਾ, ਕੋਈ 51 ਕਰਦਾ, ਕੋਈ 101 ਕਰਦਾ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਦਮਦਮੀ ਟਕਸਾਲ ਦੇ ਪਹਿਲੇ ਮੁਖੀ, ਉਹ 110 ਸ੍ਰੀ ਜਪਜੀ ਸਾਹਿਬ ਦੇ ਪਾਠ ਕਰਦੇ ਸਨ। ਜਾਂ ਫਿਰ ਮੂਲ ਮੰਤਰ ਦਾ ਜਾਪ ਜਾਂ ਵਾਹਿਗੁਰੂ ਮੰਤਰ ਦਾ ਅਭਿਆਸ। ਕਹਿੰਦੇ ਉਹ ਤੇਰੀ ਜ਼ਬਾਨ ਪਵਿੱਤਰ ਹੋ ਜਾਏਗੀ। ਹਿਰਦੇ ਨੂੰ ਪਵਿੱਤਰ ਨੂੰ ਜਦੀ ਬ੍ਰਹਮ ਨਿਸ਼ਟਾ। ਹਿਰਦਾ ਕਦੋਂ ਪਵਿੱਤਰ ਹੋਏਗਾ? ਜਦੋਂ ਹਿਰਦੇ ਵਿੱਚ ਧਿਆਨ ਧਾਰ ਲਵੇ ਵੀ ਮੇਰੇ ਹਿਰਦੇ 'ਚ ਗੁਰੂ ਨਾਨਕ ਸਾਹਿਬ ਬੈਠੇ ਆ, ਦਰਸ਼ਨ ਦੇ ਰਹੇ ਆ, 10 ਪਾਤਸ਼ਾਹ ਜੀ ਬੈਠੇ ਆ, 10 ਪਾਤਸ਼ਾਹੀਆਂ ਮੇਰੇ ਹਿਰਦੇ ਵਿੱਚ ਮੈਨੂੰ ਦਰਸ਼ਨ ਦੇ ਰਹੀਆਂ। ਅੰਤਰਮੁਖ ਕੈਸੇ ਕੈਸੇ ਗੁਰਸਿੱਖ ਹੋਏ। ਭਾਈ ਗੋਂਦੇ ਨੇ ਆਪਣੇ ਹਿਰਦੇ 'ਚ 7ਵੇਂ ਪਾਤਸ਼ਾਹ ਜੀ ਦੇ ਇੱਥੇ ਚਰਨ ਵਸਾਏ ਹੋਏ ਸੀ। ਚਰਨਾਂ ਦਾ ਧਿਆਨ 8 ਪੈਰ ਆਪਣੇ ਹਿਰਦੇ 'ਚ ਸਤਿਗੁਰੂ ਜੀ ਦਾ ਵਸਾ ਕੇ ਰੱਖਦੇ ਸੀ। ਕਿਉਂ? ਹਿਰਦਾ ਤਾਂ ਪਵਿੱਤਰ ਹੁੰਦਾ ਜੇ ਗੁਰੂ ਸਰੂਪ ਦਾ ਧਿਆਨ ਹਿਰਦੇ ਵਿੱਚ ਕਰੀਏ, ਬ੍ਰਹਮ ਨਿਸ਼ਟਾ, ਬ੍ਰਹਮ ਦਾ ਚਿੰਤਨ ਕਰੀਏ, ਬ੍ਰਹਮ ਦੇ ਵਿੱਚ, ਪਰਮੇਸ਼ਰ ਦੇ ਵਿੱਚ ਚਿੱਤ ਨੂੰ ਜੋੜ ਦਈਏ। ਜੋੜਨ ਦਾ ਤਰੀਕਾ ਪਹਿਲਾਂ ਰਸਨਾ ਨਾਲ ਜਾਪ ਕਰਨਾ, ਫਿਰ ਹੌਲੀ ਹੌਲੀ ਜਦੋਂ ਹਿਰਦੇ 'ਚ ਵਸ ਜਾਂਦਾ ਫਿਰ ਹਿਰਦਾ ਪਵਿੱਤਰ ਹੋ ਜਾਂਦਾ। ਪਵਿੱਤਰ ਹਿਰਦੇ ਦੀ ਨਿਸ਼ਾਨੀ ਕੀ ਹੈ? ਸਵਾਲ ਵੀ ਨਾਲ ਹੀ ਹੈ ਵੀ ਅੱਖਾਂ ਪਵਿੱਤਰ ਹੋ ਗਈਆਂ। ਜਿਹਦੀਆਂ ਅੱਖਾਂ ਪਵਿੱਤਰ ਹੋ ਗਈਆਂ ਵਿਕਾਰ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਦਾ। ਜਿਹਦੇ ਹੱਥ ਪਵਿੱਤਰ ਹੋ ਗਏ ਚੋਰੀ ਜਾਰੀ ਨਹੀਂ ਕਰਦਾ। ਜਿਹਦੇ ਪੈਰ ਪਵਿੱਤਰ ਹੋ ਗਏ ਭਾਈ ਉਹ ਸੰਗਤ 'ਚ ਨਹੀਂ ਜਾਂਦਾ। ਜਿਹਦੀ ਜ਼ਬਾਨ ਪਵਿੱਤਰ ਹੋ ਗਈ ਉਹ ਫਿੱਕੇ ਕੌੜੇ ਸ਼ਬਦ ਨਹੀਂ ਬੋਲਦਾ। ਹਰ ਸਮੇਂ ਵਾਹਿਗੁਰੂ ਨਾਮ, ਪਰਮੇਸ਼ਰ ਦਾ ਸਿਮਰਨ, ਨਾਮ ਬਾਣੀ ਦਾ ਅਭਿਆਸ ਕਰੇਗਾ। ਜਿਹਦਾ ਹਿਰਦਾ ਪਵਿੱਤਰ ਹੋ ਗਿਆ ਉਹਦੇ ਹਿਰਦੇ ਵਿੱਚ ਕਦੇ ਵਿਕਾਰ ਨਹੀਂ ਫੁਰਦੇ, ਕੋਈ ਪਾਪਾਂ ਦੇ ਖਿਆਲ ਨਹੀਂ ਉਹਦੇ ਹਿਰਦੇ ਵਿੱਚ ਆਉਂਦੇ। ਬਹੁਤ ਨਿਰਮਲ ਹਿਰਦਾ ਹੋ ਜਾਂਦਾ। ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਜੀ ਪੰਥ ਰਤਨਕਾਰ ਸੇਵਾ ਦਿੱਲੀ ਵਾਲੇ, ਮੈਂ ਜਦੋਂ ਅਮਰੀਕਾ ਤੋਂ ਆਇਆ ਉਹਨਾਂ ਦੇ ਦਰਸ਼ਨ ਕਰਨ ਗਿਆ ਦਿੱਲੀ, ਤਾਂ 2 ਬਚਨ ਉਹਨਾਂ ਨੇ ਕੀਤੇ। ਕਹਿੰਦੇ ਭਾਈ ਸਾਧੂ ਦੇ ਦਰਸ਼ਨ ਨਹੀਂ ਵੱਡੇ ਹੁੰਦੇ, ਸਾਧੂ ਦਾ ਬਚਨ ਮੰਨਣ ਦਾ ਫਲ ਹੁੰਦਾ। ਦਰਸ਼ਨਾਂ ਦਾ ਉਹਨਾਂ ਫਲ ਨਹੀਂ ਜਿੰਨਾ ਉਹਦਾ ਬਚਨ ਮੰਨੀਏ, ਫਿਰ ਪੂਰਾ ਫਲ ਸਾਧੂ ਦੇ ਦਰਸ਼ਨਾਂ ਦਾ ਤੇ ਸੰਗਤ ਦਾ ਮਿਲਦਾ। ਮੈਂ ਕਿਹਾ ਜੀ ਫਿਰ ਹੁਣ ਆਪ ਜੀ ਦਾ ਕੈਸਾ ਨਿਤ ਚਰਿਆ ਅਭਿਆਸ? ਕਹਿੰਦੇ ਵੀ ਹੁਣ ਗੁਰੂ ਸਾਹਿਬ ਨੇ ਉਹਨਾਂ ਨੇ ਬਚਨ ਕਹੇ। ਕਹਿੰਦੇ ਧੰਨ ਗੁਰੂ ਰਾਮਦਾਸ ਜੀ ਨੇ ਮੇਰਾ ਹਿਰਦਾ ਇਸ ਤਰ੍ਹਾਂ ਕਰ ਦਿੱਤਾ। ਕਹਿੰਦੇ ਜਿਸ ਤਰ੍ਹਾਂ ਮੇਰਾ ਖੱਦਲ ਦਾ ਪਰਨਾ ਦੁੱਧ ਚਿੱਟਾ ਨਾ, ਕਹਿੰਦੇ ਇਸ ਤਰ੍ਹਾਂ ਮੇਰਾ ਹਿਰਦਾ ਨਿਰਮਲ ਮਹਾਰਾਜ ਨੇ ਕਿਰਪਾ ਕਰਕੇ ਕਰ ਦਿੱਤਾ। ਮੇਰੇ ਹਿਰਦੇ 'ਚ ਕੋਈ ਫੁਰਨਾ ਨਹੀਂ ਆਉਂਦਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰਾ ਕਹਿਤ ਕਬੀਰ ਕਬੀਰ। ਸਾਰੀ ਜ਼ਿੰਦਗੀ ਲਾਗੀ, ਸਾਰੀ ਜ਼ਿੰਦਗੀ ਟੋਕਰੀ ਢੋਈ ਉਹਨਾਂ ਨੇ, ਸਾਰੀ ਜ਼ਿੰਦਗੀ ਉਹਨਾਂ ਨੇ ਕਈਆਂ ਚਲਾਈਆਂ, ਸਾਰੀ ਜ਼ਿੰਦਗੀ ਨਾਮ ਜਪਿਆ। ਪਿਛਲੀ ਅਵਸਥਾ 'ਚ ਆ ਕੇ ਗਿਆ ਮੇਰਾ ਹਿਰਦਾ ਐਨ ਨਿਰਮਲ ਕਰਤਾ ਗੁਰੂ ਸਾਹਿਬ ਨੇ। ਹੁਣ ਕੋਈ ਫੁਰਨਾ ਹੀ ਨਹੀਂ ਹੈ ਮਨ ਵਿੱਚ, ਇੱਛਾ ਹੀ ਨਹੀਂ ਜਾਗਦੀ, ਕਹਿੰਦੇ ਖਿਆਲ ਹੀ ਨਹੀਂ ਆਉਂਦਾ। ਤੇ ਆਪਾਂ ਦੂਜੇ ਦਿਨ ਉੱਠ ਕੇ ਕਹਿ ਦਿੰਦੇ ਮੇਰਾ ਮਨ ਸਾਫ਼, ਮੇਰਾ ਮਨ ਸ਼ੁੱਧ, ਮੇਰਾ ਮਨ ਬੜਾ ਨਿਰਮਲ ਹੈ। ਆਪਣੇ ਆਪ ਨੂੰ ਹੀ ਪਵਿੱਤਰ ਆਪ ਹੀ ਕਹੀ ਜਾਂਦੇ ਆ, ਹੈ ਨਹੀਂ, ਸਾਫ਼ ਹੈ ਨਹੀਂ, ਕਹਿ ਰਹੇ ਆ। ਸੋ ਭਾਈ ਮਨ ਤਾਂ ਨਿਰਮਲ ਹੋਏਗਾ। ਸੋ ਇਉਂ ਬਈ ਇਸ ਤਰ੍ਹਾਂ ਕਹਿੰਦੇ ਧੂੜੀ ਕਰ ਇਸ਼ਨਾਨ, ਗੁਰੂ ਕੀ ਸੰਗਤ ਦੀ ਧੂੜ ਵਿੱਚ ਆਪਣੇ ਮਨ ਦਾ ਵੀ ਇਸ਼ਨਾਨ ਕਰਾ। ਇੱਥੇ ਨਾਮ ਦੀ ਵਰਖਾ ਹੋ ਰਹੀ ਹੈ, ਤਨ ਵੀ ਨਿਰਮਲ ਹੋ ਰਿਹਾ ਹੈ। ਹਰ ਕਾ ਨਾਮ ਧਿਆਏ ਸੁਣ, ਹਰੀ ਦਾ ਨਾਮ ਧਿਆਇਆ ਵੀ ਕਰ ਰਸਨਾ ਨਾਲ ਤੇ ਕੰਨਾਂ ਨਾਲ। ਬਾਹਰ ਕਹਿੰਦੇ ਸੁਣਿਆ ਵੀ ਕਰ। ਤੁਨ ਮੈਂ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ। ਸੁਣਿਆ ਵੀ ਕਰ, ਜਿਹੜੀ ਬਾਣੀ ਪੜ੍ਹਦਾ ਨਾ ਰਸਨਾ ਨਾਲ ਬੋਲ ਕੇ। ਤੁਸੀਂ ਸੰਗਤ ਜੀ ਸੁਣਨ ਲੱਗ ਜਾਓ ਨਾ, ਸੁਣਨ ਕੰਨਾਂ ਨਾਲ। ਇੱਕ ਜਪਜੀ ਸਾਹਿਬ ਨਹੀਂ ਕਈ ਵਾਰੀ ਘੰਟਾ ਹੁੰਦਾ। ਮਹਾਂਪੁਰਖ ਬ੍ਰਹਮ ਗਿਆਨੀ
ਪੰਥ ਰਤਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਇੱਕ ਪੈਰ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਕਰਦੇ ਸਨ, ਬਾਕੀ ਦੇ ਨਿਤਨੇਮ ਤੋਂ ਇਲਾਵਾ। ਬਾਰ-ਬਾਰ ਸੁਣਨਾ ਵੀ ਜਿਹੜੀ ਬਾਣੀ ਰਸਨਾ ਨਾਲ ਬੋਲ ਰਹੇ ਹੋ ਬਾਹਰ ਨਾ ਚਲੀ ਜਾਵੇ, ਉਹ ਅੰਦਰ ਲਿਆਉਣੀ ਆ ਮੋੜ ਕੇ, ਕੰਨਾਂ ਦੁਆਰਾ ਸੁਣ ਸੁਣ ਕੇ ਹਿਰਦੇ ਵਿੱਚ ਪ੍ਰਵੇਸ਼ ਕਰਾਉਣਾ। ਸੁਣਿਆ ਕਰਕੇ ਤੇ ਸੁਣਿਆ ਕਰ, ਫੇਰ ਕਿਰਪਾ ਹੋਏਗੀ। ਤੁਹਾਨੂੰ ਮੈਂ ਧਿਆਨ ਮੈਂ ਜਾਣਿਆ ਗੁਰਮੁਖਾ ਕਤ ਕਹਾਣੀ। ਇਉਂ ਵੀ ਹਰੀ ਦਾ ਨਾਮ ਧਿਆਇਆ ਵੀ ਕਰ, ਕੰਨਾਂ ਨਾਲ ਸੁਣਿਆ ਵੀ ਕਰ, ਮਨ ਇਕਾਗਰ ਹੋ ਜਾਏਗਾ। ਸੁਣਨ ਵਾਲੇ ਦਾ ਮਨ ਬਹੁਤ ਜ਼ਿਆਦਾ ਇਕਾਗਰ ਹੈ, ਇਸੇ ਕਰਕੇ ਕਹਿੰਦੇ ਪਵਿੱਤਰ ਸੁਣਦੇ ਪ੍ਰੀਤ। ਕਹਿਣ ਵਾਲਾ 100 ਗੁਣਾ ਪਵਿੱਤਰ ਹੈ, ਸੁਣਨ ਵਾਲਾ ਹਜ਼ਾਰਾਂ ਗੁਣਾ ਪਵਿੱਤਰ ਹੈ, ਕਿ ਉਹ ਸੁਣ ਲਿਆ ਹੈ। ਸੁਣਨ ਵਾਲੇ ਦਾ ਐਡਾ ਮਹੱਤਵ ਹੈ, ਇਸ ਕਰਕੇ ਸੁਣਿਆ ਕਰ। ਸਭਨਾਂ ਨੂੰ ਕਰ ਦਾਨ, ਸਾਰਿਆਂ ਨੂੰ ਦਾਨ ਦਿਆ ਕਰ। ਦਾਨ ਕੀ ਹੈ? ਤੇਰੇ ਕੋਲੇ ਕੀ ਹੈ? ਜੇ ਤੂੰ ਬਾਣੀ ਤੈਨੂੰ ਆਉਂਦੀ ਹੈ, ਬਾਣੀ ਪੜ੍ਹਨੀ ਸਿਖਾਇਆ ਕਰ, ਇਹ ਦਾਨ ਕਰਿਆ ਕਰ। ਜੇ ਦਸਾਂ ਨੌਂ ਦੀ ਕਿਰਤ ਹੈ ਤੇਰੇ ਕੋਲੇ ਤਾਂ ਉਹਦੇ ਵਿੱਚੋਂ ਦਸਵੰਧ ਦਾਨ ਦਿਆ ਕਰ। ਸ਼ੁਭ ਗੁਣਾਂ ਦਾ ਦਾਨ ਵੀ ਦਿਆ ਕਰ, ਅਗਲੇ ਦੇ ਔਗੁਣਾਂ ਨੂੰ ਦੂਰ ਕਰ। ਇਸ ਤਰ੍ਹਾਂ ਹਰ ਤਰ੍ਹਾਂ ਦਾ ਦਾਨ, ਜਿੱਦਾਂ ਵੀ ਕੋਈ ਕਿਸੇ ਵਿੱਚ ਸ਼ਕਤੀ ਸਮਰੱਥਾ ਹੈ ਉਹ ਭਾਈ ਦਾਨ ਕਰੇ। ਹੁਣ ਕੋਈ ਤਿਆਗੀ ਆ, ਉਹ ਬਾਣੀ ਪੜ੍ਹਾਵੇ, ਇਹੀ ਉਹਦਾ ਦਾਨ ਹੈ। ਜੇ ਕੋਈ ਵੀ ਧਨੀ ਆ, ਉਹ ਆਪਣੀ ਦਸਾਂ ਨੌਂ ਦੀ ਕਿਰਤ ਵਿੱਚੋਂ ਦਾਨ ਕਰੇ। ਜੇ ਕੋਈ ਪਰਮਾਰਥ ਦਾ ਪਾਂਧੀ ਉੱਚੀ ਅਵਸਥਾ ਵਾਲਾ, ਉਹ ਸ਼ੁਭ ਗੁਣਾਂ ਦਾ ਦਾਨ ਕਰੇ, ਔਗੁਣਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰੇ। ਕਿਉਂ ਭਾਈ ਸਾਰਿਆਂ ਨੂੰ ਇਹ ਦਾਨ ਦੇਣਾ ਵਾਹਿਗੁਰੂ ਦੇ ਨਾਮ ਦਾ, ਭਗਤੀ ਦਾ, ਸੇਵਾ ਦਾ। ਜਨਮ ਕਰਮ ਮਲ ਉਤਰੈ। ਕੀ ਹੋਏਗਾ ਜਨਮਾਂ ਦੇ ਵਿੱਚ? ਜਨਮ ਵਿੱਚ ਜਿਹੜੇ ਪਾਪ ਕਰਕੇ, ਮਾੜੇ ਪਾਪ ਕਰ ਕਰਕੇ ਮੈਲ ਚੜੀ ਹੋਈ ਹੈ ਨਾ ਪਾਪਾਂ ਦੀ, ਇਹ ਤੇਰੀ ਸਾਰੀ ਉਤਰ ਜਾਏਗੀ, ਲੈ ਜਾਏਗੀ। ਮਨ ਤੇ ਜਾਏ ਗੁਮਾਨ, ਮਨ ਵਿੱਚੋਂ ਗੁਮਾਨ, ਹੰਕਾਰ ਵੀ ਚਲਿਆ ਜਾਏਗਾ, ਨਿਵਰਤ ਹੋ ਜਾਏਗਾ। ਕਾਮ ਕ੍ਰੋਧ ਨਾ ਮੋਹੀਐ। ਕਾਮ ਹੈ, ਕ੍ਰੋਧ ਹੈ, ਮੋਹ ਹੈ ਜਿਹੜਾ। ਬਿਨਸੈ ਲੋਭ ਸੁਆਨ, ਜਿਹੜਾ ਲੋਭ ਕੁੱਤੇ ਵਾਂਗੂ ਭਟਕਾਈ ਰੱਖਦਾ ਨਾ 24 ਘੰਟੇ, ਜਿਵੇਂ ਹਲਕਿਆ ਕੁੱਤਾ ਭਟਕਦਾ ਰਹਿੰਦਾ, ਉਹ ਲੋਭ ਦਾ ਮਾਰਿਆ ਬੰਦਾ ਭਟਕਦਾ ਹੈ। ਕਦੇ ਇੱਥੇ, ਕਦੇ ਉੱਥੇ, ਕਦੇ ਕਿਸੇ ਨੂੰ ਡੰਗ ਮਾਰਤਾ, ਕਦੇ ਕਿਸੇ ਨੂੰ ਮੂੰਹ ਮਾਰਤਾ। ਲੋਭੀ ਬੰਦਾ ਆਪਣੇ ਸਕੇ ਮਾਂ ਪਿਓ ਨਾਲ ਵੀ ਲਿਹਾਜ਼ ਨਹੀਂ ਕਰਦਾ, ਭੈਣ ਭਰਾ ਮਿੱਤਰਾਂ ਨੂੰ ਵੀ ਨਹੀਂ ਮਾਫ ਕਰਦਾ। ਲੋਭ ਵਿੱਚ ਆ ਕੇ ਫਿਰ ਸਭ ਕੁਝ ਮੁੱਕਰ ਵੀ ਜਾਂਦਾ, ਦੰਦਾ ਵੀ ਨਹੀਂ ਅਗਲੇ ਦੀ ਅਮਾਨ, ਮੁੱਕਰ ਜਾਂਦਾ। ਇਸ ਕਰਕੇ ਸਵਾਨ ਕੁੱਤੇ ਦੀ ਤਰ੍ਹਾਂ ਲੋਭ ਦਾ ਮਾਰਿਆ ਤੂੰ ਭਟਕਦਾ ਫਿਰਦਾ ਹੈ। ਜਾਇਜ਼ ਨਜਾਇਜ਼ ਕੋਈ ਤਰੀਕਾ ਨਹੀਂ ਛੱਡਦਾ। ਚੋਰੀ ਜਾਰੀ ਕਰਨ ਵਾਲਾ ਲੋਭ ਦੇ ਵਿੱਚ ਫਸਿਆ ਹੋਇਆ, ਚੋਰੀ ਵੀ ਕਰੀ ਜਾਂਦਾ, ਠੱਗੀਆਂ ਵੀ ਕਰੀ ਜਾਂਦਾ, ਧੋਖੇ ਵੀ ਦੇਈ ਜਾਂਦਾ। ਬਹੁ ਪ੍ਰਪੰਚ ਕਰ ਪਲ ਧਨ ਲਿਆਵੈ, ਸੋ ਦਾਰਾ ਬਿਆਨ ਉਟਾਵੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ। ਬੜੇ ਪ੍ਰਪੰਚ ਛਲ ਕਰ ਕਰਕੇ, ਧੋਖੇ ਦੇ ਕੇ ਘਰ ਵਿੱਚ ਧਨ ਲਿਆਉਣਾ, ਪਰਿਵਾਰ ਕੋਲੇ ਲਟਾਉਣਾ, ਪਰਿਵਾਰ ਤੇ ਖਰਚਦਾ। ਮਹਾਰਾਜ ਕਹਿੰਦੇ ਅੰਤ ਨੂੰ ਇਹ ਕੋਈ ਵੀ ਸਾਥ ਨਹੀਂ ਦੇਵੇਗਾ। ਧਰਮ ਦੀ ਕਿਰਤ ਕਰ, ਦਸਾਂ ਨੌਂ ਦੀ ਜਾਇਜ਼ ਕਿਰਤ ਕਰ, ਤੇਰੇ ਘਰ ਵਿੱਚ ਵੀ ਸੁਖ ਸ਼ਾਂਤੀ ਰਹੇਗੀ, ਔਰ ਤੇਰੇ ਕਾਰੋਬਾਰ 'ਚ ਵੀ ਸ਼ਾਂਤੀ ਰਹੇਗੀ, ਘਰ ਵਿੱਚ ਵੀ ਟਿਕਾ ਰਹੇਗਾ। ਧਨ ਨਜਾਇਜ਼ ਢੰਗ ਨਾਲ ਚੋਰੀ ਠੱਗੀ ਜਾਰੀ ਕਰਕੇ ਕਮਾ ਲਿਆ ਤੇ ਬਿਮਾਰੀਆਂ ਲੱਗ ਗਈਆਂ, ਝਗੜੇ ਪੈ ਗਏ, ਫਸਾਦ ਹੋ ਗਿਆ, ਕਿਤੋਂ ਸ਼ਾਂਤੀ ਦੀ, ਸੁੱਖ ਦੀ ਖਬਰ ਨਹੀਂ ਆ ਰਹੀ। ਉਹ ਧਨ ਕਾਹਦਾ ਲਿਆਂਦਾ? ਉਹ ਤਾਂ ਬਿਪਤਾ ਸਹਿੜ ਲਈ ਨਾ, ਦੁੱਖਾਂ ਨੂੰ ਇਕੱਠੇ ਕਰ ਲਏ। ਤਾਂ ਹੀ ਭਾਈ ਲਾਲੋ ਦੀਆਂ ਕੋਧਰੇ ਦੀਆਂ ਰੋਟੀਆਂ ਵਿੱਚੋਂ ਮਹਾਰਾਜ ਨੇ ਅੰਮ੍ਰਿਤ ਚੁਆਇਆ ਸੀ ਨਾ, ਮਲ ਭਾਗੋ ਦੇ ਪੂੜਿਆਂ ਵਿੱਚੋਂ ਰਤ ਚੁਆਈ ਸੀ। ਉਹ ਦਸਾਂ ਨੌਂ ਦੀ ਧਰਮ ਦੀ ਕਿਰਤ ਦੀ ਮਹਾਨਤਾ ਦੱਸੀ ਸੀ। ਇਸ ਕਰਕੇ ਮਹਾਰਾਜ ਕਹਿੰਦੇ ਬਈ ਇਉਂ ਲੋਭ ਵੀ ਜਿਹੜਾ ਸਵਾਨ ਕੁੱਤੇ ਦੀ ਤਰ੍ਹਾਂ ਤੈਨੂੰ ਭੜਕਾਉਂਦਾ ਫਿਰਦਾ ਨਾ, ਇਹ ਵੀ ਤੇਰਾ ਮਿਟ ਜਾਏਗਾ, ਸੰਤੋਖ ਆ ਜਾਏਗਾ ਹਿਰਦੇ ਵਿੱਚ। ਮੋਹ ਵੀ, ਕਾਮ ਕ੍ਰੋਧ ਵੀ, ਇਹ ਸਾਰੇ ਨਾਸ ਹੋ ਜਾਣਗੇ, ਬਿਨਸ ਨਾਮ ਮਿਟ ਜਾਣਗੇ। ਸੱਚੇ ਮਾਰਗ ਚੱਲਦਿਆ, ਸੱਚੇ ਨਾਮ ਦੇ ਧਰਮ ਦੇ ਮਾਰਗ ਦੇ ਉੱਤੇ ਚੱਲਦਿਆਂ ਹੋਏ, ਜਿਵੇਂ 40 ਮੁਕਤੇ ਸਾਧ ਸੰਗਤ ਜੀ ਮੁਕਤੇ 40 ਸਿੰਘ ਚਮਕੌਰ ਸਾਹਿਬ ਦੀ ਗੜੀ ਵਿੱਚ ਵੀ ਸ਼ਹੀਦ ਹੋਏ ਆ। 40 ਸਿੰਘ ਸ੍ਰੀ ਮੁਕਤਸਰ ਸਾਹਿਬ, ਜਿਹੜੇ ਮੁਕਤਿਆਂ ਦੀ ਆਪਾਂ ਅਰਦਾਸ ਕਰਦੇ ਨਾ, 5 ਪਿਆਰੇ 4 ਸਾਹਿਬਜ਼ਾਦੇ 40 ਮੁਕਤੇ, 40 ਮੁਕਤੇ ਸ੍ਰੀ ਮੁਕਤਸਰ ਸਾਹਿਬ ਵਾਲੇ ਹੈ।
ਇਹ ਸ਼ਹੀਦ ਜਿਹੜੇ ਮੁਕਤਸਰ ਸਾਹਿਬ ਹੋਏ, ਇਹਨਾਂ ਨੂੰ 40 ਮੁਕਤਿਆਂ ਦੀ ਪਦਵੀ ਪ੍ਰਾਪਤ ਹੋਈ। ਇਸ ਕਰਕੇ 40 ਮੁਕਤੇ ਇਹ ਸ਼ਹੀਦ ਸ੍ਰੀ ਮੁਕਤਸਰ ਸਾਹਿਬ ਵਾਲੇ ਧਰਮ ਦੇ ਮਾਰਗ ਤੇ ਚੱਲੇ। ਤੇ ਇਸ ਤਰ੍ਹਾਂ ਜੇ ਤੂੰ ਧਰਮ ਦੇ ਮਾਰਗ ਤੇ, ਨਾਮ ਦੇ ਮਾਰਗ ਤੇ, ਭਗਤੀ ਦੇ ਮਾਰਗ ਤੇ, ਪਰਮੇਸ਼ਰ ਦੀ ਪ੍ਰਾਪਤੀ ਦੇ ਮਾਰਗ ਤੇ ਇਹ ਪ੍ਰਾਣੀ ਚੱਲੇਗਾ, ਸਾਰਾ ਜਹਾਨ ਸੰਸਾਰ ਤੇਰੀ ਮਹਿਮਾ ਵਡਿਆਈ ਕਰੇਗਾ, ਤੇਰੇ ਅੱਗੇ ਹੱਥ ਜੋੜ ਕੇ ਨਿਵੇਗਾ। ਉਸਦਤ ਕਰੇ ਜਹਾਨ, ਸਾਰਾ ਸੰਸਾਰ ਤੇਰੀ ਵਡਿਆਈ ਮਹਿਮਾ ਕੀਰਤੀ ਕਰਦਾ ਨਹੀਂ ਥੱਕੇਗਾ। 68 ਤੀਰਥ ਸਗਲ ਪੁੰਨ, 68 ਤੀਰਥਾਂ ਤੇ ਇਸ਼ਨਾਨ ਕਰਨਾ ਤੇ ਉੱਥੇ ਜਾ ਕੇ ਦਾਨ ਦੇਣਾ। ਪੁੰਨ ਦਾ ਅਰਥ ਹੁੰਦਾ ਦਾਨ ਕਰਨਾ ਆਪਣੀ ਕਮਾਈ ਵਿੱਚੋਂ। ਜੀਅ ਦਇਆ ਪਰਵਾਨ, ਜੇ ਕੋਈ ਬੰਦਾ ਦੁਖੀ ਬੰਦੇ ਤੇ ਦਇਆ ਕਰ ਲਵੇ ਨਾ, ਦਇਆ ਕਰ ਲਵੇ, ਉਹ ਫਲ 68 ਤੀਰਥਾਂ ਤੇ ਨਹਾਉਣ ਦਾ, ਉੱਥੇ ਜਾ ਕੇ ਦਾਨ ਕਰਨ ਦਾ ਨਹੀਂ ਮਿਲੇਗਾ, ਜਿਹੜਾ ਦਇਆ ਕਰਨ ਨਾਲ ਹੀ ਮਿਲ ਜਾਂਦਾ। ਰਹਿਬਾਂ ਦੀ ਸਾਖੀ ਸੁਣੀ ਹੈ ਨਾ ਤੁਸੀਂ। ਰਹਿਬਾਂ ਬੜੇ ਅਮੀਰ ਧਨਾਢ ਪਿਤਾ ਸ਼ਾਹੂਕਾਰ ਦੀ ਪੁੱਤਰੀ ਸੀ। ਔਰ ਸਾਧ ਸੰਗਤ ਜੀ, ਸੁੰਦਰ ਰੂਪ ਸੀ। ਬਾਲਕ ਅਵਸਥਾ ਦੇ ਵਿੱਚ ਵੇਸਵਾ ਨੇ ਉਹਨੂੰ ਲੈ ਆਂਦਾ, ਪਾਲ ਲਿਆ। ਕਿਸੇ ਕਾਰਨਵਸ਼ ਘਰੋਂ ਆ ਗਈ, ਰੱਬ ਦੇ ਰੰਗ ਵਿੱਚ ਰੰਗੀ ਹੋਈ। ਤਾਂ ਵੇਸਵਾ ਨੇ ਤਾਂ ਆਪਣੇ ਵਾਲੇ ਮਾੜੇ ਕਰਮਾਂ ਵਾਲੇ ਪਾਸੇ ਲਾਉਣਾ ਸੀ। ਜਦੋਂ ਵੇਸਵਾ ਵਾਲੇ ਕਮਰੇ ਦੇ ਵਿੱਚ ਬਿਠਾਇਆ, ਕੋਈ ਅਮੀਰ ਧਨੀ ਬੰਦਾ ਆਇਆ, ਉਹਨੇ ਕਿਹਾ ਵੀ ਸਭ ਤੋਂ ਸੁੰਦਰ ਲੜਕੀ ਤੇਰੇ ਕੋਲੇ ਕਿਹੜੀ? ਉਹਨੇ ਦੱਸਿਆ ਵੀ ਇਹ ਰਹਿਬਾ ਹੈ, ਇਹਦਾ ਨਾਮ ਰਾਬੀਆ ਵੀ ਹੁੰਦਾ। ਜਦੋਂ ਕਹਿੰਦੇ ਉਹ ਗਿਆ, ਉਹ ਜਲਸਤ ਵਾਲੀ ਸੀ। ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਸਾਹਮਣੇ ਜਿਵੇਂ ਸ਼ੇਰ ਬੈਠਾ ਹੁੰਦਾ, ਇਹ ਉਹਦਾ ਡਰ। ਪਰਮੇਸ਼ਰ ਨੇ ਉਹਦੇ ਸੱਤ ਦੀ ਪੱਤ ਰੱਖਿਆ। ਬੇਸਵਾ ਨੂੰ ਆ ਕੇ ਕਹਿੰਦਾ, ਇਹ ਪੁੱਤਰੀ ਤੂੰ ਮੈਨੂੰ ਦੇ ਦੇ ਲੜਕੀ, ਮੈਂ ਲੈ ਜਾਣੀ ਘਰੇ ਲਿਆ ਕੇ ਪੁੱਤਰੀ ਬਣਾ ਕੇ ਪਾਲਿਆ। ਸ਼ਾਹੂਕਾਰ ਨੇ ਬੜੀ ਸੇਵਾ ਕੀਤੀ, ਪਰ ਉਹ ਨਾਮ ਵਿੱਚ ਹੀ ਲੱਗੀ ਰਹਿੰਦੀ, ਭਗਤੀ ਕਰਦੀ। ਕਹਿੰਦੀ ਵੀ ਇੱਕ ਦਿਨ ਕਹਿੰਦੀ, ਪਿਤਾ ਤੂੰ ਮੇਰਾ ਧਰਮ ਦਾ ਪਿਤਾ, ਮੈਂ ਮੱਕੇ ਦੇ ਦਰਸ਼ਨ ਕਰਨ ਜਾਣਾ ਤੇ ਮੈਨੂੰ ਆਗਿਆ ਦਿਓ। ਕਹਿਣ ਲੱਗਾ, ਪੁੱਤਰੀ ਜੰਗਲਾਂ ਦੇ ਵਿੱਚ ਦੀ, ਮਾਰੂਥਲਾਂ ਦੇ ਵਿੱਚ ਦੀ ਕਿਵੇਂ ਜਾਵੇਂਗੀ? ਬੜਾ ਕਠਿਨ ਹੈ। ਕਹਿਣ ਲੱਗੀ, ਪਿਤਾ ਖੁਦਾ ਜਿਹੜਾ ਪ੍ਰਮਾਤਮਾ, ਤੂੰ ਜਲਵਾ ਦੇਖਿਆ ਹੀ ਹੈ ਨਾ ਮੇਰਾ, ਉਹ ਮੇਰੀ ਰੱਖਿਆ ਕਰਦਾ, ਮੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਤੂੰ ਨਿਸ਼ਚਿੰਤ ਹੋ ਜਾ। ਤੂੰ ਮਾਇਆ ਦਿੱਤੀ। ਜਦੋਂ ਤੁਰੀ 60 ਕੋ ਮੱਕਾ ਰਹਿ ਗਿਆ। ਸਾਧ ਸੰਗਤ 60 ਕੋ ਜੰਗਲ ਦੇ ਵਿੱਚ ਕੁੱਤੀ ਦੇ ਛੋਟੇ ਛੋਟੇ ਬੱਚੇ ਕਤੂਰੇ ਨਾ ਪਿਆਸ ਦੇ ਕਾਰਨ ਮਰਦੇ ਜਾ ਰਹੇ ਆ, ਬੇਹੋਸ਼ ਜੇ ਹੋਏ ਪਏ। ਕੁੱਤੀ ਵੀ ਵਿਚਾਰੀ ਭਟਕ ਰਹੀ ਹੈ। ਦਇਆ ਆਈ ਰਾਬੀਆ ਦੇ ਮਨ ਵਿੱਚ। ਹੁਣ ਖੂਹ ਦੇ ਕੋਲੇ ਵੀ, ਖੂਹ ਦਾ ਪਾਣੀ ਨੀਵਾਂ, ਜੰਗਲ ਦੇ ਵਿੱਚ ਖੂਹ ਬੜਾ ਔਖਾ ਲੱਭਿਆ। ਪਾਣੀ ਕਿਵੇਂ ਪਹੁੰਚਾਵਾਂ, ਰੱਸਾ ਨਹੀਂ, ਕੋਈ ਡੋਲੂ ਨਹੀਂ। ਆਪਣੇ ਸਿਰ ਦਾ ਇੱਕ ਇੱਕ ਵਾਲ ਉਖੇੜ ਕੇ ਸਾਧ ਸੰਗਤ ਜੀ ਉਹਦੀ ਰੱਸੀ ਬਣਾਈ। ਉਹ ਰੱਸੀ ਲਮਕਾ ਕੇ ਜਿੰਨਾ ਕੁ ਪਾਣੀ ਉੱਥੋਂ ਉਹਦੇ ਵਿੱਚ ਨਾਲ ਜੁੜਦਾ, ਉਨਾ ਕੁ ਲਿਆ ਕੇ 2-2 ਬੂੰਦਾਂ ਸਾਰੇ ਬੱਚਿਆਂ ਦੇ ਕੁੱਤੀ ਦੇ ਮੂੰਹ ਵਿੱਚ ਸਾਰਾ ਦਿਨ ਚੋਂਦੀ ਰਹੀ, 2-2 ਬੂੰਦਾਂ ਕਰਕੇ। ਸ਼ਾਮਾਂ ਨੂੰ ਬੱਚੇ ਉੱਠ ਕੇ ਬੈਠ ਗਏ। ਉਹ ਕੁੱਤੀ ਵੀ ਠੀਕ ਹੋ ਗਈ। ਦਿਨ ਛਿਪਿਆ। ਕਹਿੰਦੀ ਵੀ ਮੱਕੇ ਨਹੀਂ ਜਾਇਆ ਜਾਣਾ, ਥੱਕ ਗਈ, ਉੱਥੇ ਬਹਿ ਗਈ। ਮੱਕਾ ਫਿਰ ਉੱਥੋਂ ਚੱਲ ਕੇ ਉਹਦੇ ਦਰਸ਼ਨ ਕਰਨ ਆਇਆ। ਆਪ ਚੱਲ ਕੇ ਆਇਆ। ਕਲਗੀਧਰ ਜੀ ਨੇ ਗਵਾਹੀ ਦਿੱਤੀ ਹੈ, ਸਿਰ ਕੀ ਸ਼ੋਭਾ ਖੋਏ ਗਏ ਜਿਨਿਓ ਆਤਮ ਰਾਮ, 60 ਕੋਸ ਪਰ ਮੱਕਾ ਮਿਲਿਆ ਦੇਖ ਦਇਆ ਕੇ ਕੰਮ। ਕਹਿੰਦੇ ਦਇਆ ਦਾ ਫਲ ਐਡਾ ਵੱਡਾ, ਮੱਕਾ ਉਹਦੇ ਦਰਸ਼ਨ ਕਰਨਾ ਹੈ। ਸੋ ਇਉਂ ਮਹਾਰਾਜ ਸਾਹਿਬ ਦੇ ਭਗਤਾਂ ਦੀ ਐਸੀ ਨਿਰਾਲੀ ਖੇਡ ਹੁੰਦੀ, ਜਿਵੇਂ ਨਾਮਦੇਵ ਦਾ ਦੇਰਾ ਘੁਮਾਤਾ। ਭਗਤਾਂ ਦੇ ਇਉਂ ਵਾਹਿਗੁਰੂ ਉਹਨਾਂ ਦੀ ਮਹਿਮਾ ਪ੍ਰਗਟ ਕਰਨ ਲਈ ਐਸੇ ਕ੍ਰਿਸ਼ਮੇ, ਐਸੇ ਕੌਤਕ ਕਰ ਦਿੰਦਾ ਮੇਰਾ ਵਾਹਿਗੁਰੂ। ਹੁਣ ਜੀਵਾਂ ਤੇ ਦਇਆ ਕੀਤੀ ਇੰਨੀ ਪ੍ਰਵਾਨ ਹੈ, ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਦੇ ਡੰਕੇ ਵੱਜ ਜਾਂਦੇ ਆ, ਡੰਕੇ। ਚੁਣਕ ਰਿਸ਼ੀ ਹੋਇਆ ਸਾਧ ਸੰਗਤ ਜੀ। 12 ਸਾਲ ਦੇਸ਼ ਵਿੱਚ ਮੀਂਹ ਨਾ ਪਿਆ। ਅਖੀਰ ਭੁੱਖੇ ਪਿਆਸੇ ਪਰਿਵਾਰ, ਬੱਚੇ ਆਪ ਹੀ ਮਰਦੇ ਜਾ ਰਹੇ ਆ। ਤਾਂ ਇੱਕ ਦਿਨ ਘਰੋਂ ਨਿਕਲਿਆ, ਕੀੜਿਆਂ ਦੇ ਭੌਣ ਉੱਤੇ ਸੱਤੂ ਪਏ ਸਨ ਜੌਆਂ ਦੇ। ਉਹਨਾਂ ਨੇ ਵਿੱਚੋਂ ਖਾ ਲਏ, ਬਾਹਰੋਂ ਉਹ ਥੋੜੇ ਜਿਹੇ ਉੱਤੋਂ ਛਿਲਕੇ ਜਿਹੇ ਡਿੱਗੇ ਪਏ। ਉਹ ਚੱਕੇ, ਇਕੱਠੇ ਕੀਤੇ, ਇਕੱਠੇ ਲਿਆ ਕੇ ਛੰਨੇ ਵਿੱਚ ਘੋਲ ਕੇ ਸਾਧ ਸੰਗਤ ਜੀ 5 ਛੰਨੇ ਬਣਾਏ ਉਹਦੇ।
ਇੱਕ ਆਪਣਾ, ਇੱਕ ਘਰ ਵਾਲੀ ਦਾ, 2 ਬੱਚਿਆਂ ਦਾ, ਇੱਕ ਪਰਮੇਸ਼ਰ ਦੇ ਨਿਮਿਤ, ਵਾਹਿਗੁਰੂ ਦੇ ਨਿਮਿਤ। ਗੁਰਸਿੱਖ ਵੀ ਅਰਦਾਸ ਕਰਕੇ ਭੋਜਨ ਛਕਦਾ, ਮਹਾਰਾਜ ਨੂੰ ਅਰਪਿਤ ਕਰਦਾ। ਅਰਦਾਸ ਕੀਤੀ, ਹੈ ਪ੍ਰਮਾਤਮਾ ਤੂੰ ਆਪਣਾ ਹਿੱਸਾ ਪ੍ਰਵਾਨ ਕਰ, ਫੇਰ ਹੀ ਮੈਂ ਛਕਾਂਗਾ। ਨਿਯਮ ਸੀ। ਪਰਮੇਸ਼ਰ ਬਜ਼ੁਰਗ ਬ੍ਰਾਹਮਣ ਦਾ ਰੂਪ ਧਾਰ ਕੇ ਆ ਗਏ। ਕਹਿਣ ਲੱਗੇ, ਹੈ ਮਹਾਤਮਾ ਮੈਂ ਬਹੁਤ ਦਿਨਾਂ ਦਾ ਭੁੱਖਾ ਪਿਆਸਾ, ਮੈਨੂੰ ਕੁਝ ਖਾਣ ਪੀਣ ਨੂੰ ਦੇ। ਉਹ ਛੰਨਾ ਜਿਹੜਾ ਪਾਣੀ ਦਾ ਸੱਤੂਆਂ ਵਾਲਾ ਨਾ, ਉਹ ਅੱਗੇ ਕੀਤਾ, ਮਹਾਰਾਜ ਨੇ ਤੁਸੀਂ ਛਕ ਕੇ ਕਹਿੰਦੇ ਮੇਰੀ ਭੁੱਖ ਨਹੀਂ ਮਿਟੀ। ਆਪਣਾ ਦੇਤਾ, ਕਹਿੰਦੇ ਅਜੇ ਵੀ ਨਹੀਂ ਮਿਟੀ। ਘਰ ਵਾਲੀ ਨੂੰ ਪੁੱਛਿਆ ਵੀ ਭਾਗਵਾਨੇ, ਇਹ ਫਿੱਦੀ ਦੁਖੀ ਵਿਚਾਰਾ ਬਜ਼ੁਰਗ ਆਇਆ, ਇਹਨੂੰ ਭੁੱਖਾ ਨਾ ਰਹਿਣ ਦੀਏ, ਇਹਨੂੰ ਰਜਾ ਕੇ ਤੋਰਨਾ ਸਾਡਾ ਧਰਮ ਹੈ। ਗ੍ਰਸਤੀ ਦੇ ਘਰ ਵਿੱਚੋਂ ਭੁੱਖਾ ਚਲਿਆ ਜਾਵੇ, ਉਹਦੀ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਖੂਹ ਵਿੱਚ ਪੈ ਜਾਂਦੀ ਹੈ। ਸਾਧ ਸੰਗਤ ਜੀ, ਭਗਵਾਨ ਪਤੀ ਵਰਤਾ ਸੀ, ਕਹਿਣ ਲੱਗੀ ਮੇਰਾ ਵੀ ਭੇਟਾ ਕਰ ਦੇ। ਸੋ ਸਾਧ ਸੰਗਤ ਜੀ, ਚੌਥਾ ਵੀ ਭੇਟਾ, ਤੀਜਾ ਵੀ ਭੇਟਾ ਕਰ ਦਿੱਤਾ। ਹੁਣ ਬੱਚਿਆਂ ਨੂੰ ਪੁੱਛਦਾ, ਉਹ ਕਹਿਣ ਲੱਗੇ ਮਾਤਾ ਪਿਤਾ ਨੇ ਨਹੀਂ ਪੀਤਾ ਤੇ ਸਾਡਾ ਕੀ ਹੱਕ ਹੈ। ਅੱਜ ਤਾਂ ਸਮਾਂ ਬਦਲ ਗਿਆ, ਬੱਚੇ ਕਹਿੰਦੇ ਅਸੀਂ ਖਾ ਲਈਏ, ਮਾਂ-ਬਾਪ ਲਈ ਬਚੇ ਨਾ ਬਚੇ। ਬਜ਼ੁਰਗਾਂ ਦਾ, ਮਾਪਿਆਂ ਦਾ ਸਤਿਕਾਰ ਬਹੁਤ ਘਟ ਗਿਆ ਸਾਡੇ ਵਿੱਚ। ਮਨਮੁਖਤਾ ਭਾਰੂ ਹੁੰਦੀ ਜਾ ਰਹੀ ਹੈ ਦਿਨ ਦਿਨ। ਮਾਪੇ ਜ਼ਿੰਦਗੀ 'ਚ ਇੱਕੋ ਵਾਰੀ ਮਿਲਦੇ ਆ, ਬਾਰ-ਬਾਰ ਨਹੀਂ ਮਿਲਦੇ। ਮਾਪਿਆਂ ਦੀ ਸੇਵਾ ਕਰਨੀ ਸਭ ਤੋਂ ਵੱਡਾ ਤੀਰਥ ਹੈ ਗੁਰਸੰਗਤ ਜੀ। ਬੱਚਿਆਂ ਨੇ ਵੀ ਇੱਕ ਇੱਕ ਕਰਕੇ ਦੇ ਦਿੱਤਾ। ਕਹਿੰਦੇ ਜਦੋਂ ਪੀਲੇ ਨਾ ਪੰਜੇ ਛੰਨੇ, ਪਰਮੇਸ਼ਰ ਸਾਹਮਣੇ ਪ੍ਰਗਟ ਹੋ ਗਿਆ। ਕਹਿਣ ਲੱਗੇ ਚੁਣ ਕੇ ਰਖੀ, ਤੈਨੂੰ ਮੈਂ ਸੰਤੋਖੀ ਹੋਣ ਦਾ ਵਰਦਾਨ ਦਿੰਦਾ। ਤੇਰੀ ਇੰਨੀ ਕੁ ਦਇਆ, ਇੰਨੀ ਸੇਵਾ ਕਰਨ ਨਾਲ ਮੈਂ ਹੁਣ ਕਿਰਪਾ ਕਰਦਾ, ਸਾਰੇ ਦੇਸ਼ ਵਿੱਚ ਜੋ ਤੂੰ ਮੰਗਣਾ ਮੰਗ ਲੈ, ਤੈਨੂੰ ਰਾਜ ਦੇ ਦਿਆ, ਕੁਛ ਦੇ ਦਿਆ। ਕਹਿੰਦੇ ਨਹੀਂ ਮਹਾਰਾਜ, ਦੁਨੀਆ 12 ਸਾਲ ਤੋਂ ਮੀਂਹ ਨਹੀਂ ਪਿਆ, ਭੁੱਖੇ ਪਿਆਸੇ ਲੋਕ, ਜੀਵ ਜੰਤ ਮਾਰੇ, ਇਹਨਾਂ ਤੇ ਦਇਆ ਕਰ। ਪਰਮੇਸ਼ਰ ਨੇ ਵਰਖਾ ਪਾਈ, ਇੰਨਾ ਅਨਾਜ ਹੋਇਆ। ਚੁਣਕ ਨੂੰ ਕਹਿੰਦੇ ਵੀ ਤੂੰ, ਕਹਿੰਦੇ ਮੈਨੂੰ ਤੇਰੀ ਕਿਰਪਾ ਚਾਹੀਦੀ ਹੈ। ਉਹਦੇ ਸਾਰੇ ਪਰਿਵਾਰ ਨੂੰ ਪਰਮੇਸ਼ਰ ਨੇ ਸੱਚਖੰਡ ਦੇ ਵਿੱਚ ਥਾਂ ਦਿੱਤਾ। ਐਡਾ ਵੱਡਾ ਫਲ ਪਾਈ। 68 ਤੀਰਥਾਂ ਨਾਲੋਂ ਵੀ ਵੱਡਾ ਪੁੰਨ ਪ੍ਰਾਪਤ ਹੋ ਜਾਂਦਾ ਹੈ। ਜੀਵਾਂ ਦੇ ਉੱਤੇ ਦਇਆ ਕਰਨ ਦਾ ਫਲ ਹੈ। ਜਿਸ ਨੂੰ ਦੇਵੈ ਦਇਆ ਕਰ, ਜਿਨ੍ਹਾਂ ਨੂੰ ਵਾਹਿਗੁਰੂ ਦਇਆ ਦ੍ਰਿਸ਼ਟੀ ਕਰਕੇ ਦਇਆ ਕਰਨ ਦਾ ਗੁਣ ਦੇ ਦਿੰਦਾ, ਬਖਸ਼ ਦਿੰਦਾ, ਜਿਨ੍ਹਾਂ ਦੇ ਵਿੱਚ ਦਇਆ ਦਾ ਗੁਣ ਭਰ ਦਿੰਦਾ। ਧੰਨ ਗੁਰੂ ਕਾ ਖਾਲਸਾ। ਸਾਧ ਸੰਗਤ ਜੀ, ਇਹ ਸਿੰਘਾਂ ਦੀ ਦਇਆ ਸੀ, ਸਾਡੇ ਵਰਗੇ ਨਹੀਂ ਸਨ। ਕਦੇ 18-18 ਹਜ਼ਾਰ ਲੜਕੀਆਂ ਚੜਾਈਆਂ, ਕਦੇ 10-10 ਹਜ਼ਾਰ, ਕਦੇ 30-30 ਹਜ਼ਾਰ। ਇਹ ਦਇਆ ਦੇ ਗੁਣ ਸੀ ਨਾ ਖਾਲਸੇ ਵਿੱਚ। ਹਿੰਦੂਆਂ ਦੀਆਂ ਲੜਕੀਆਂ ਨੂੰ ਜ਼ਾਲਮਾਂ ਦੀ ਕੈਦ ਵਿੱਚੋਂ ਛੁਡਾ ਕੇ ਲਿਆਏ। ਭਾਈ ਤਾਰੂ ਸਿੰਘ ਜੀ, ਸਿਰ ਤੇ ਪ੍ਰਸ਼ਾਦਿਆਂ ਦਾ ਟੋਕਰਾ, ਸਿੰਘ ਜੰਗਲ ਦੇ ਵਿੱਚ ਬੈਠੇ ਆ, 2-2 ਪ੍ਰਸ਼ਾਦੇ ਸਾਰਿਆਂ ਨੂੰ ਦੇਈ ਜਾਂਦੇ ਆ। ਪ੍ਰਸ਼ਾਦੇ ਵਰਤਾ ਕੇ ਕਹਿਣ ਲੱਗੇ, ਸਿੰਘੋ ਅੱਜ ਬਹੁਤ ਵੱਡਾ ਪਾਪ ਹੋ ਗਿਆ। 26,000 ਲੜਕੀਆਂ ਨੂੰ ਜ਼ਾਲਮਾਂ ਦੀ ਫੌਜ ਗਊਆਂ ਵਾਂਗੂ ਕੈਦ ਕਰਕੇ ਲੈ ਕੇ ਜਾ ਰਹੀ ਹੈ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਣ ਵਾਸਤੇ। ਤਾਨੋ ਗੁਰੂ ਕੇ ਸਿੱਖ ਸੰਸਾਰ ਸੰਗਤ ਜੀ, ਕਈ ਦਿਨਾਂ ਦੇ ਸਿੰਘ 7 ਦਿਨਾਂ ਦੇ ਭੁੱਖੇ ਸੀ। 7 ਦਿਨਾਂ ਦੇ ਪ੍ਰਸ਼ਾਦੇ ਭਾਈ ਸਾਹਿਬ ਦੇ ਟੋਕਰੇ ਵਿੱਚ ਹੀ ਰੱਖ ਦਿੱਤੇ ਸਾਰੇ ਲਿਆ ਕੇ। ਕਹਿੰਦੇ ਪ੍ਰਸ਼ਾਦੇ ਆ ਕੇ ਛਕਾਂਗੇ, ਪਹਿਲਾਂ ਉਹਨਾਂ ਲੜਕੀਆਂ ਨੂੰ ਜ਼ਾਲਮਾਂ ਦੀ ਕੈਦ ਵਿੱਚੋਂ ਛਡਾਓ। ਲੜਕੀਆਂ ਛਡਾਈਆਂ, ਫੇਰ ਆ ਕੇ ਸਿੰਘਾਂ ਨੇ ਪ੍ਰਸ਼ਾਦਾ ਛਕਿਆ ਭਾਈ ਤਾਰੂ ਸਿੰਘ ਜੀ ਦੇ। ਐਸੀ ਦਇਆ ਗੁਰੂ ਕੇ ਖਾਲਸੇ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ, ਦਿੱਤੀ। ਤਾਂ ਇਹ ਪੰਥ ਨਿਰਾਲਾ ਹੈ, ਨਿਰਮਲ ਹੈ, ਪਵਿੱਤਰ ਹੈ, ਦੁਨੀਆ ਵਿੱਚ ਉੱਚਾ ਸੁੱਚਾ ਹੈ। ਕਿਹਦੇ ਕਰਕੇ? ਗੁਣਾ ਕਰਕੇ, ਸ਼ੁਭ ਗੁਣਾ ਕਰਕੇ। ਅੱਜ ਸਾਡੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਘਾਟ ਆ ਗਈ ਹੈ। ਸੋ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸਾਰੇ ਗੁਰਸਿੱਖਾਂ ਵਿੱਚ, ਸਾਡੇ ਵਿੱਚ ਮਹਾਰਾਜ ਉਹ ਗੁਣ ਭਰ ਦੇਣ ਜਿਹੜੇ ਪ੍ਰਾਤਨ ਖਾਲਸੇ ਵਿੱਚ ਸਾਡੇ ਭਰਾਵਾਂ ਵਿੱਚ ਇਹ ਗੁਣ ਸਨ। ਇਸ ਕਰਕੇ ਜਿਹਦੇ ਉੱਤੇ ਵੀ ਦਇਆ ਹੁੰਦੀ ਹੈ ਨਾ, ਦ੍ਰਿਸ਼ਟੀ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਹਨੂੰ ਦਇਆ ਦਾ, ਨਾਮ ਜਪਣ ਦਾ, ਸੱਚੇ ਮਾਰਗ ਤੇ ਚੱਲਣ ਦਾ, ਕਾਮ ਕ੍ਰੋਧ ਲੋਭ ਮੋਹ ਦੇ ਨਾਸ ਹੋਣ ਦਾ, ਇਹ ਗੁਣ, ਇਹ ਬਖਸ਼ਿਸ਼ਾਂ, ਇਹ ਬਰਕਤਾਂ ਉਹਨਾਂ ਨੂੰ ਤਾਂ ਦਿੰਦਾ ਹੈ ਜਿਨ੍ਹਾਂ ਤੇ ਉਹਨੇ ਕਿਰਪਾ ਕਰਨੀ ਹੈ। ਸੋਈ ਪੁਰਖ ਸੁਜਾਨ, ਉਹੀ ਸ੍ਰੇਸ਼ਟ, ਉੱਤਮ ਤੋਂ ਉੱਤਮ ਉਹ ਪੁਰਖ, ਪੂਰਨ
ਮਹਾਪੁਰਖ ਹੈ ਜਿਹਦੇ ਵਿੱਚ ਇਹ ਸਾਰੇ ਗੁਣ ਵਸੇ ਹੋਏ ਆ। ਜਿਨਾ ਮਿਲਿਆ ਪ੍ਰਭ ਆਪਣਾ, ਇਹਨਾਂ ਨੂੰ ਮੇਰਾ ਪ੍ਰਭੂ ਆਪਣਾ ਵਾਹਿਗੁਰੂ ਪਰਮੇਸ਼ਰ ਮਿਲ ਗਿਆ, ਮਿਲਾਪ ਹੋ ਗਿਆ ਜਿਨ੍ਹਾਂ ਦਾ। ਨਾਨਕ ਤਿਨ ਕੁਰਬਾਨ, ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ, 100 ਵੇਰੀ ਨਹੀਂ, ਲੱਖਾਂ ਵੇਰੀ ਨਹੀਂ, ਅਨੰਤ ਵੇਰੀ। ਮਾਘ ਸੁੱਚੇ ਸੇ ਕਾਟਿਆ, ਮਾਘ ਦੇ ਮਹੀਨੇ ਵਿੱਚੋਂ ਸੁੱਚੇ ਪਵਿੱਤਰ ਤੋਂ ਪਵਿੱਤਰ ਕਹੀਦੇ ਹਨ। ਕਾਂਡੀਆ ਨਾਮ ਕੱਢਣ ਦਾ। ਪਾਪਾਂ ਵਾਲੇ ਭਰੇ ਸੰਸਾਰ ਵਿੱਚੋਂ ਉਹ ਸਭ ਤੋਂ ਪਵਿੱਤਰ ਗੁਰਮੁਖ ਮਹਾਪੁਰਖਾਂ ਨੂੰ ਇੱਕ ਪਾਸੇ ਵਾਹਿਗੁਰੂ ਕੱਢ ਲੈਂਦਾ, ਭਾਵ ਉਹਨਾਂ ਨੂੰ ਉੱਚੀ ਪਦਵੀ ਆਪਣੇ ਵਿੱਚ ਭੇਦਤਾ ਦੀ ਬਖਸ਼ ਕੇ ਆਪਣਾ ਰੂਪ ਬਣਾ ਲੈਂਦਾ। ਨਾਮ ਪ੍ਰਭ ਗਿਆਨੀ ਆਪ ਪਰਮੇਸ਼ਰ। ਦੁੱਖਾਂ ਵਿੱਚੋਂ ਵੀ ਕੱਢ ਲੈਂਦਾ, ਔਗਣਾਂ ਵਿੱਚੋਂ ਵੀ ਕੱਢ ਲੈਂਦਾ। ਕਿਉਂ ਵਾਹਿਗੁਰੂ ਨੇ ਉਹ ਸਾਰਿਆਂ ਤੋਂ ਉੱਤਮ ਬਣਾ ਕੇ ਕੱਢੇ ਹੋਏ ਆ, ਉੱਤਮ ਥਾਂ ਉਹਨਾਂ ਨੂੰ ਦਿੱਤਾ ਧਰੂ ਵਰਗਾ। ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਤੇ ਪੂਰੇ ਗੁਰੂ ਦੀ ਮਿਹਰਬਾਨਗੀ ਹੈ, ਦਿਆਲਤਾ ਹੈ, ਕਿਰਪਾਲਤਾ ਹੈ, ਬਖਸ਼ਿਸ਼ਾਂ ਹਨ ਜਿਨ੍ਹਾਂ ਉੱਤੇ, ਉਹਨਾਂ ਨੂੰ ਮੇਰਾ ਪੂਰਾ ਗੁਰੂ ਐਸੀਆਂ ਰਹਿਮਤਾਂ ਨਾਲ ਨਿਵਾਜਦਾ ਹੈ। ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਨੇ ਆਪਣੇ ਸਾਰਿਆਂ ਤੇ ਕਿਰਪਾ ਕੀਤੀ ਹੈ। ਮੈਨੂੰ ਵੀ ਤੁਹਾਨੂੰ ਵੀ ਸਤਸੰਗਤ ਦੀਆਂ ਘੜੀਆਂ ਬਖਸ਼ੀਆਂ। ਇਸ ਕਰਕੇ ਆਪਾਂ ਸਤਿਗੁਰੂ ਜੀ ਦਾ ਰੋਮ ਰੋਮ ਸਵਾਸ ਸਵਾਸ ਸ਼ੁਕਰਾਨਾ ਕਰੀਏ। ਭੁੱਲਾ ਚੁੱਕਾ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਸਾਰੀ ਸੰਗਤ ਦਾ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਸਰਦਾਰ ਜਸਪਾਲ ਸਿੰਘ ਜੀ ਸਿੱਧੂ ਜੋ ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ ਦੇ ਚੇਅਰਮੈਨ ਸਾਹਿਬ ਹਨ, ਇਸ ਗੁਰੂ ਘਰ ਦੇ ਵੀ ਮੁੱਖ ਸੇਵਾਦਾਰ ਹਨ। ਸਰਦਾਰ ਬਲਦੇਵ ਸਿੰਘ ਜੀ, ਹੈੱਡ ਕਮੇਟੀ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਬੱਲਾ ਜੀ, ਦਸੂ ਜੀ, ਜਿੰਨੀ ਵੀ ਸਾਰੀ ਕਮੇਟੀ ਹੈ, ਹੋਰ ਜਿੰਨੇ ਵੀ ਸਾਰੇ ਸਿੰਘ ਹਨ। ਸੋ ਸਾਧ ਸੰਗਤ ਜੀ, ਮੈਂ ਸਾਰੇ ਹੀ ਸਿੰਘਾਂ ਦਾ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਵਿੱਚ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮਹਿਤੇ ਤੋਂ, ਜਿਨ੍ਹਾਂ ਨੇ ਜਦੋਂ ਮਹਾਂਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਕਰਾਈ, ਦਰਵਾਜ਼ੇ ਲਾਉਣ ਦੀ ਸੇਵਾ, ਖੜਾ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਸਥਾਨ ਦੇ ਦਰਵਾਜ਼ੇ ਲਾਉਣ ਦੀ ਸੇਵਾ, ਬੰਗਲਾ ਸਾਹਿਬ ਦਰਵਾਜ਼ਾ ਬਣਾਉਣ ਦੀ ਸੇਵਾ ਜਿਨ੍ਹਾਂ ਸਿੰਘਾਂ ਨੇ ਕੀਤੀ, ਉਹ ਪਹੁੰਚੇ ਹੈ। ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ। ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਟਿਆ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਅਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਡਿਆ, ਵਾਧਾਈਆ ਰਾਗ ਰਤਨ ਪਰਵਾਰ ਭਰੀਆ। ਸ਼ਬਦ ਗਾਵਣ ਆਈਆ, ਸ਼ਬਦੋ ਕਾ ਗਾਵਹੁ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕਾ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟੋ। ਜਿਸ ਦੀਆਂ ਹੀ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨ ਵਕਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ।
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ